ਅੱਜ ਇੱਕ ਗੱਲ ਦੱਸਦਾ ਵਾ ਕਿ ਜੋ ਲੋਕ ਪਰਮੇਸ਼ਰ ਦੇ ਕੋਲ ਆਉਂਦੇ ਆ ਤੇ ਉਹ ਪਹਿਲਾਂ ਜਿਹੜੀਆਂ ਜ਼ਿੰਦਗੀਆਂ ਦੇ ਵਿੱਚ ਹੁੰਦੇ ਆ, ਉਹ ਜਦੋਂ ਤੌਬਾ ਕਰਦੇ ਆ ਪਰਮੇਸ਼ਰ ਉਹਨਾਂ ਨੂੰ ਨਵਾਂ ਕਰ ਦਿੰਦਾ ਵਾ। ਹਾਲੇਲੂਇਆ। ਉਹਨਾਂ ਨੂੰ ਨਵੀਂ ਸ੍ਰਿਸ਼ਟੀ ਬਣਾ ਦਿੰਦਾ ਵਾ। ਤੇ ਪਰਮੇਸ਼ਰ ਚਾਹੁੰਦਾ ਵਾ ਕਿ ਜੇ ਤੁਸੀਂ ਨਵੀਂ ਸ੍ਰਿਸ਼ਟੀ ਬਣ ਗਏ ਹੋ, ਪਰਮੇਸ਼ਰ ਦੇ ਕੋਲ ਆ ਗਏ ਹੋ, ਤੇ ਤੁਹਾਨੂੰ ਇਸ ਯੋਗ ਹੋਣਾ ਚਾਹੀਦਾ ਵਾ ਕਿ ਪਰਮੇਸ਼ਰ ਤੁਹਾਡੇ ਉੱਤੇ ਆਪਣੀ ਰਹਿਮਤ ਨੂੰ ਬਹਾਲ ਕਰੇ। ਤੌਬਾ ਕਰ ਲਿੱਤੀ ਗਈ ਆ, ਬੈਪਟਾਈਜ਼ ਲੈ ਲਿੱਤਾ ਗਿਆ ਵਾ, ਸੈਕਰਾਮੈਂਟ ਲੈ ਰਹੇ ਆ, ਵਚਨ ਪੜ੍ਹਦੇ ਪਏ ਆ। ਹਾਲੇਲੂਇਆ, ਹਾਲੇਲੂਇਆ। ਤੇ ਪਰਮੇਸ਼ਰ ਚਾਹੁੰਦਾ ਵਾ ਕਿ ਤੁਸੀਂ ਯੋਗ ਬਣੋ। ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਕਿ ਯੋਗ ਨਹੀਂ ਹੁੰਦੇ, ਬਲਕਿ ਉਹ ਨਰਕ ਦੇ ਵੱਲ ਨੂੰ ਤੁਰੇ ਜਾਂਦੇ ਆ। ਸ਼ੈਤਾਨ ਉਹਨਾਂ ਦੇ ਮਨਾਂ ਨੂੰ ਕਨਵਰਟ ਕਰਦਾ। ਉਹ ਕਹਿੰਦਾ ਠੀਕ ਹੈ, ਹੁਣ ਤੂੰ ਸਲੀਪ ਪਾ ਲਈ ਆ, ਹੁਣ ਤੂੰ ਚਿੱਟੇ ਕੱਪੜੇ ਪਾ ਲਏ ਆ, ਹੁਣ ਤੈਨੂੰ ਬਾਈਬਲ ਨੂੰ ਚੱਕ ਕੇ ਤੁਰਨਾ ਆਂਦਾ ਵਾ। ਤੂੰ ਚਾਹੇ ਪੜ੍ਹਦਾ ਚਾਹੇ ਨਹੀਂ ਪੜ੍ਹਦਾ, ਤੂੰ ਅਗਰ ਪੜ੍ਹਦਾ ਤਾਂ ਅਮਲ ਨਹੀਂ ਕਰਦਾ, ਕਿਸੇ ਨੂੰ ਕੀ ਪਤਾ। ਪਰ ਤੂੰ ਦੁਨੀਆ ਦੀ ਨਿਗਾਹ ਦੇ ਵਿੱਚ ਹੁਣ ਕੀ ਆ, ਇੱਕ ਕ੍ਰਿਸਚਨ ਹੈ, ਤੂੰ ਉਧਾਰ ਪਾਇਆ ਹੋਇਆ ਲੋਕ ਆ, ਤੂੰ ਉਧਾਰ ਪਾਇਆ ਹੋਇਆ ਬੰਦਾ ਵਾ। ਤੇ ਡੈਵਲ ਉਸ ਨੂੰ ਕਹਿੰਦਾ ਬਸ ਇੱਥੇ ਤੱਕ ਹੀ ਰਹੀ, ਅੱਗੇ ਨਾ ਵਧੀ। ਹਾਲੇਲੂਇਆ। ਪ੍ਰਭੂ ਦਾ ਵਚਨ ਕਹਿੰਦਾ ਵਾ ਕਿ ਸਿਰਫ ਵਚਨ ਸੁਣਨ ਵਾਲੇ ਨਹੀਂ, ਪਰ ਮੰਨਣ ਵਾਲੇ ਜਿਹੜੇ ਆ ਉਹ ਯੋਗ ਨੇ ਉੱਪਰ ਜਾਣ ਦੇ, ਸਵਰਗ ਜਾਣ ਦੇ, ਉਹ ਯੋਗ ਨੇ। ਕੱਲੀ ਧਾਰਮਿਕਤਾ ਨੂੰ ਅਪਣਾ ਲੈਣਾ, ਕੱਲਾ ਬਾਗੇ ਪਾ ਲੈਣਾ, ਕ੍ਰੋਸ ਆਪਣੇ ਗਲਾਂ 'ਚ ਪਾ ਲੈਣਾ, ਚਰਚ ਵਿੱਚ ਆ ਜਾਣਾ, ਕੱਲਾ ਇਹੀ ਤੁਹਾਨੂੰ ਬਚਾ ਨਹੀਂ ਸਕਦਾ। ਪਰ ਤੁਹਾਨੂੰ ਯੋਗ ਹੋਣਾ ਪਏਗਾ। ਜਦੋਂ ਆਪਾਂ ਦੇਖਦੇ ਹਾਂ ਕਿ ਆਪਣੇ ਕਲਾਮ ਦੇ ਵਿੱਚ ਲਿਖਿਆ ਕਿ ਜਦੋਂ ਆਪਣੀ ਸਤੁਤੀ, ਆਪਣੀ ਮਹਿਮਾ ਪਰਮੇਸ਼ਰ ਦੇ ਕੋਲ ਜਾਂਦੀ ਆ ਤੇ ਉੱਤੋਂ ਦੀ ਕੀ ਆਉਂਦੀ ਆ, ਆਸ਼ੀਸ਼ ਥੱਲੇ ਆਉਂਦੀ ਆ। ਹਾਲੇਲੂਇਆ। ਜੋ ਇਸੇ ਤਰ੍ਹਾਂ ਜਦੋਂ ਆਪਾਂ ਬਾਈਬਲ ਦੇ ਵਿੱਚ ਦਾਊਦ ਰਾਜਾ ਦੇ ਬਾਰੇ ਦੇਖਦੇ ਹਾਂ ਤਾਂ ਦਾਊਦ ਰਾਜਾ ਜਿਹੜਾ ਸੀਗਾ, ਜੇ ਆਪਾਂ ਸੋਚੀਏ ਕਿ ਅਗਰ ਆਪਾਂ ਤੌਬਾ ਕਰ ਲਈ ਆ, ਬੈਪਟਾਈਜ਼ ਲੈ ਲਿਆ ਵਾ, ਹੁਣ ਆਪਾਂ ਕ੍ਰਿਸਚਨ ਬੰਦੇ ਆ, ਆਪਾਂ ਬਚ ਗਏ ਆ, ਨਹੀਂ। ਦਾਊਦ ਦਾ ਪਿਓ ਯੀਸ਼ੇ ਜਿਹੜਾ ਸੀਗਾ, ਉਹ ਲੋਕ ਵੀ ਕਲਾਮ ਦੇ ਬਾਰੇ, ਕਲਾਮ ਦੀਆਂ ਗੱਲਾਂ ਦੇ ਬਾਰੇ ਜਾਣਦੇ ਸੀਗੇ। ਉਹ ਯਹੂਦਾ ਦੇ ਗੋਤਰ ਦੇ ਵਿੱਚੋਂ ਸੀਗੇ। ਉਹਨਾਂ ਨੂੰ ਪਤਾ ਸੀਗਾ ਕਿ ਸਾਡੇ ਗੋਤਰ ਦੇ ਵਿੱਚੋਂ ਦੀ ਇੱਕ ਉद्धारकर्ता ਨੇ ਜਨਮ ਲੈਣਾ ਵਾ। ਉਹ ਚੁਣੇ ਹੋਏ ਲੋਕ ਸੀਗੇ, ਅਮੀਰ ਸੀਗੇ। ਉਹਦੇ ਭਰਾ ਦਾਊਦ ਦੇ ਬਾਕੀ ਦੇ ਭਰਾ ਜਿਹੜੇ ਸੀਗੇ ਉਹ ਸ਼ਾਉਲ ਦੀ ਸੈਨਾ ਦੇ ਵਿੱਚ ਸੀਗੇ। ਯੀਸ਼ੇ ਦੇ ਬਾਕੀ ਦੇ ਪੁੱਤਰ ਜਿਹੜੇ ਦਾਊਦ ਦੇ ਵੱਡੇ ਭਰਾ ਸੀਗੇ, ਉਹ ਬਾਈਬਲ ਸਾਨੂੰ ਦੱਸਦੀ ਆ ਕਿ ਉਹ ਸ਼ਾਉਲ ਦੀ ਸੈਨਾ ਦੇ ਵਿੱਚ, ਇਜ਼ਰਾਈਲ ਦੀ ਸੈਨਾ ਦੇ ਵਿੱਚ ਸੀਗੇ। ਪਰ ਫਿਰ ਵੀ ਕੀ ਸੀਗੇ, ਪਰਮੇਸ਼ਰ ਨੇ ਉਹਨਾਂ ਨੂੰ ਯੋਗ ਨਹੀਂ ਸਮਝਿਆ ਕਿ ਇਸਤੇਮਾਲ ਕਰੇ। ਹਾਲੇਲੂਇਆ, ਹਾਲੇਲੂਇਆ। ਤੁਸੀਂ ਯੋਗ ਉਸ ਵੇਲੇ ਬਣ ਜਾਂਦੇ ਹੋ ਕਿ ਜਦੋਂ ਪਰਮੇਸ਼ਰ ਤੁਹਾਨੂੰ ਇਸਤੇਮਾਲ ਕਰਦਾ, ਜਦੋਂ ਪਰਮੇਸ਼ਰ ਤੁਹਾਨੂੰ ਵਿਜ਼ਨ ਦੇ ਦੁਆਰਾ, ਤੁਹਾਨੂੰ ਗੀਤਾਂ ਦੇ ਦੁਆਰਾ, ਤੁਹਾਨੂੰ ਆਪਣੀ ਗਵਾਹੀ ਦੇ ਦੁਆਰਾ, ਤੁਹਾਨੂੰ ਵਚਨ ਦੇ ਦੁਆਰਾ ਤੁਹਾਨੂੰ ਇਸਤੇਮਾਲ ਕਰਦਾ ਵਾ, ਫਿਰ ਤੁਸੀਂ ਯੋਗ ਹੋ ਜਾਂਦੇ ਹੋ। ਤੁਸੀਂ ਕਲੀਸਿਆ ਦੇ ਮੈਂਬਰ ਹੋ ਸਕਦੇ ਹੋ, ਪਰ ਤੁਹਾਡੇ ਕੋਲ ਵਿਜ਼ਨ ਹੋਏਗਾ। ਤੁਸੀਂ ਕਲੀਸਿਆ ਦੇ ਵਿੱਚ ਬੈਠ ਕੇ ਕਲਾਮ ਸੁਣਨ ਵਾਲੇ ਹੋ। ਇਹ ਸੋਚੋ ਕਿ ਪਾਸਟਰ ਉੱਧਰ ਬੈਠਾ ਵਾ, ਉੱਧਰ ਲੋਕ ਕੁਰਸੀਆਂ ਦੇ ਉੱਤੇ ਬੈਠੇ ਆ, ਸੋਫਿਆਂ ਦੇ ਉੱਤੇ ਬੈਠੇ ਆ, ਉਹ ਸਾਡੇ ਤੋਂ ਜ਼ਿਆਦਾ ਵੱਡੇ ਆ। ਨਹੀਂ, ਅਗਰ ਤੁਸੀਂ ਯੋਗ ਹੋ, ਅਗਰ ਤੁਸੀਂ ਸੱਚਮੁੱਚ ਪਰਮੇਸ਼ਰ ਦੇ ਕਲਾਮ ਦੇ ਉੱਤੇ ਈਮਾਨ ਰੱਖਦੇ ਹੋ, ਤੁਸੀਂ ਪਰਮੇਸ਼ਰ ਨੇ ਤੁਹਾਨੂੰ ਚੁਣਿਆ ਵਾ, ਤੇ ਤੁਸੀਂ ਯੋਗ ਹੋਣ ਦੇ ਲਈ ਪਰਮੇਸ਼ਰ ਦੇ ਨਾਲ ਚੱਲਦੇ ਹੋ, ਤਾਂ ਤੁਸੀਂ ਨੀਚੇ ਬੈਠੇ ਹੋਏ ਵੀ ਵੱਡੇ ਵੱਡੇ ਕੰਮ ਕਰ ਸਕਦੇ ਹੋ। ਹਾਲੇਲੂਇਆ। ਕੋਈ ਪਰਮੇਸ਼ਰ ਤੁਹਾਨੂੰ ਇਸਤੇਮਾਲ ਕਰੇਗਾ। ਦਾਊਦ ਦੇ ਭਰਾ ਚਾਹੇ ਚੁਣੇ ਹੋਏ ਸੀਗੇ, ਪਰ ਪਰਮੇਸ਼ਰ ਨੇ ਉਹਨਾਂ ਨੂੰ ਅਯੋਗ ਸਮਝਿਆ। ਹਾਲੇਲੂਇਆ। ਜਦੋਂ ਪਰਮੇਸ਼ਰ ਨੇ ਆਪਣੇ ਜਨ, ਆਪਣੇ ਦਾਸ, ਆਪਣੇ ਨਬੀ ਨੂੰ ਉਹਨਾਂ ਦੇ ਕੋਲ ਭੇਜਿਆ ਤਾਂ ਉਹਨੇ ਸ਼ਕਲਾਂ ਦੇਖ ਕੇ ਸੈਮੂਅਲ ਨੇ ਕਿਹਾ, ਕਹਿੰਦਾ ਕਿ ਇਹ ਹੋਣਾ ਵਾ, ਇਹ ਸੋਹਣਾ ਸੁਨੱਖਾ ਵਾ, ਇਹ ਉੱਚਾ ਲੰਬਾ ਵਾ। ਦਾਊਦ ਦੇ ਬਾਕੀ ਦੇ ਭਰਾ ਜਦੋਂ ਉਹਦੇ ਸਾਹਮਣੇ ਆਏ ਤਾਂ ਬਾਰੀ ਬਾਰੀ ਯੀਸ਼ੇ ਆਪਣੇ ਮੁੰਡਿਆਂ ਨੂੰ ਲੈ ਕੇ ਉਹਦੇ ਕੋਲ ਲੈ ਕੇ ਆ ਰਿਹਾ ਵੀ ਇਹ ਸੈਨਾਪਤੀ ਆ, ਇਹਨੂੰ ਪਰਮੇਸ਼ਰ ਨੇ ਚੁਣਿਆ ਹੋਣਾ, ਇਹ ਉੱਚਾ ਲੰਬਾ ਵਾ, ਇਹਦਾ ਕੱਦ ਕਾਠ ਉੱਚਾ ਵਾ, ਇਹ ਤਗੜਾ ਵਾ, ਇਹ ਬਾਡੀ ਬਿਲਡਰ ਵਾ, ਇਹ ਹੋਊਗਾ। ਉਹਨੇ ਸਭ ਕੁਝ ਆਪਣੇ ਤਰੀਕੇ ਨਾਲ ਦੇਖਿਆ, ਪਰ ਪਰਮੇਸ਼ਰ ਨੇ ਕੀ ਕਿਹਾ ਸੈਮੂਅਲ? ਉਹ ਕਹਿੰਦਾ ਇਹ ਮੇਰੇ ਯੋਗ ਇਹ ਨਹੀਂ ਆ, ਇਹਨਾਂ ਨੂੰ ਮੈਂ ਅਯੋਗ ਸਮਝਿਆ ਵਾ। ਕਹਿੰਦਾ ਇੱਕ ਹੋਰ ਵਾ ਜੋ ਮੇਰੇ ਯੋਗ ਆ, ਜੋ ਮੇਰੇ ਅਨੁਸਾਰ ਆ। ਹਾਲੇਲੂਇਆ। ਭੈਣੋ ਭਾਈਓ, ਤੁਹਾਨੂੰ ਵਚਨ ਸਾਫ਼ ਦੱਸਦਾ ਪਿਆ ਵਾ ਕਿ ਤੁਹਾਡਾ ਚੁਣ ਲੈਣਾ ਹੀ ਨਹੀਂ, ਤੁਹਾਡਾ ਯੋਗ ਬਣ ਜਾਣਾ। ਫਿਰ ਪਰਮੇਸ਼ਰ ਤੁਹਾਨੂੰ ਇਸਤੇਮਾਲ ਕਰੇਗਾ, ਫਿਰ ਤੁਹਾਨੂੰ ਨਿਯੁਕਤ ਕਰੇਗਾ, ਜਿਸ ਤਰ੍ਹਾਂ ਪਰਮੇਸ਼ਰ ਨੇ ਦਾਊਦ ਨੂੰ ਨਿਯੁਕਤ ਕੀਤਾ। ਪਰਮੇਸ਼ਰ ਨੇ ਉਸ ਨੂੰ ਯੋਗ ਸਮਝਿਆ। ਕਿਉਂ? ਕਿਉਂਕਿ ਉਹ ਪਰਮੇਸ਼ਰ ਦੀ ਮਹਿਮਾ, ਪਰਮੇਸ਼ਰ ਦੀ ਸਤੁਤੀ ਕਰਦਾ ਸੀ। ਹਾਲੇਲੂਇਆ। ਉਹਦਾ ਭਰੋਸਾ ਤੀਰ, ਤਲਵਾਰ, ਭਾਲੇ, ਬਾਗਿਆਂ ਤੇ ਨਹੀਂ ਸੀ।
दाऊद का भरोसा कद काठ के उत्ते नहीं सी, दाऊद का भरोसा अपने गोत्र के उत्ते नहीं सी, उन्होंने मान नहीं सीगा, वो अपने ते घमंड नहीं करता सी कि मैं यहूदा के गोत्र के विच, जिहदे बारे याकूब ने कहा कि यहूदा दा शेर बब्बर आ, इहदे विचों दी अधिपति निकलूगा, ਇਹਦੇ ਬਾਰੇ ਪ੍ਰਾਪਤੀਆਂ ਹੋਈਆਂ ਅਸੀਂ ਉਹ ਕੌਮ ਆ, ਨਹੀਂ। ਪਰ ਉਹਨੂੰ ਪਤਾ ਸੀ ਚਾਹੇ ਹੀ ਸਾਡਾ ਘਰਾਨਾ, ਸਾਡਾ ਗੋਤਰ, ਸਾਡਾ ਕੁੱਲ ਚੁਣਿਆ ਹੋਇਆ ਵਾ, ਪਰ ਮੈਨੂੰ ਯੋਗ ਹੋਣ ਦੇ ਲਈ ਉਸ ਸਰਵ ਸ਼ਕਤੀਮਾਨ ਪਰਮੇਸ਼ਰ ਦੀ ਮਦਦ ਚਾਹੀਦੀ ਆ। ਉਹ ਨਿਰਸਵਾਰਥ ਕੀ ਕਰਦਾ ਸੀ, ਉਹ ਪਰਮੇਸ਼ਰ ਦੀ ਸਤੁਤੀ ਕਰਦਾ ਸੀਗਾ, ਹਾਲੇਲੂਇਆ, ਉਹਦੀ ਮਹਿਮਾ ਕਰਦਾ ਸੀਗਾ। ਉਹਨੂੰ ਕੁਝ ਨਹੀਂ ਸੀ ਲੈਣਾ ਦੇਣਾ बाकी गल्लां दे नाल, उन्हें सिर्फ इन्ना पता सीगा कि मेरा परमेश्वर मेरे नाल है, तो वो ओदी महिमा करता सी, ते खुदा ने उन्होंने योग समझिया, हालेलुया, उन्होंने योग समझिया, तो उन्होंने भेड़ां दे पिछे मारा मारा फिरन तो बुला के की कीता, इजराइल देश का राजा बनाया, उन्होंने सम्राट बना दिता, उसनूं बादशाह बना दिता उसनूं, हालेलुया। चुन लेना ते योग निकलना वा। आपां ये सिखदे पे अज कि आपां प्रभु दी आशीष पाण दे योग हैगे आ। अज आपां देखना इस गल नूं कि साडी जिंदगी दे विच दाऊद दी तरह स्तुति है, कि साडी जिंदगी दे विच दाऊद दी तरह महिमा देना परमेश्वर नूं है, कि असी अपने बल दे नाल परमेश्वर नूं दे कोल जाके प्यार नूं हासिल करना चाहते, कि असी अपने बल दे नाल परमेश्वर दे लई रूहां नूं जितना चाहते, कि असी अपने बल दे नाल शैतान ते पता हासिल करना चाहते, हालेलुया। अज अपनी जिंदगी नूं देखना पैना कि असी इस योग है, कि असी दाऊद की तरह योग्य हैं। उहदे नहीं परवाह की, उहदे सामने गोलियत सी, उन्हें नहीं परवाह की कि ये बड़ा वड्डा फलस्तीनी आ, जिन्हों देख के इजराइली राजा जिहड़ा सी शाऊल सी, उहदे हथ पैर ढिले पै गए, कहते सारी सेना के हथ पैर ढिले पै गए। उन्हें परवाह नहीं की इस चीज़ की, क्योंकि परमेश्वर दे वो मन का अनुसार ही वो परमेश्वर दे योग सीगा, हालेलुया। परमेश्वर ने उन्होंने योग्य समझा, ने मूँह तो किया, कहता इन्हों मैं अयोग्य समझा ते दाऊद नूं मैं योग समझा, क्योंकि ये मेरे मन का अनुसार ही आ। क्यों? क्योंकि मेरी हम तो सुना गाँदा, मेरी महिमा करदा, मेरी प्रस्तिश करदा, यह भरोसा मेरे उत्ते आ, ये तीर भालियां दे उत्ते ते तलवारां दे उत्ते नहीं, पर ये मेरे ते यकीन करदा वा, हालेलुया, हालेलुया। अज आपां नूं देखण दी लोड़ है। अज हो सकता कि तुसीं भी दाऊद की तरह भेड्डां चराउण वाले, गरीबी दे विच अपनी जिंदगी बतीत करने वाले हो सकते हो। उस टाइम जिहड़े चरवाहे सी वो अमीर हुंदे सीगे, अज आपां कहंदे भेड्डां चराउंदे हो भरावा गरीब बंदे आ, नहीं। उस टाइम मेन जिहड़ा पेशा ही यही सीगा, पर परमेश्वर ने उन्होंने मारे मारे फिरन तो, भेड्डां चराउणा काम कोई सौखा नहीं सीगा, बड़ा औखा काम सीगा। भेड्डां दी स्मैल लैके शेर बघियाड़ भेड्डां दे वल दौड़दे सीगे, ते विच आजड़ी नूं भी फाड़ दिंदे सीगे, ते भेड्डां नूं भी फाड़ दिंदे सीगे, कोई सौखा काम नहीं सीगा। दाऊद सब तो औखा काम करता सी, ते परमेश्वर ने सोचा, परमेश्वर ने उहदी इस नेचा नूं देखिया भी जद ये भेड्डां दी रखवाली इन्ने चुकन्ने होके करदा वा, तां मेरी कौम दी रखवाली किन्ना चुकन्ना होके करेगा, हालेलुया। अगर तुसीं परमेश्वर दी कौम, परमेश्वर दे वचन, परमेश्वर दी आग्यावां दी रखवाली पूरे जी जान नाल करदे हो, तां सचमुच तुहाडे तो उत्ते दिखण वालियां नूं परमेश्वर अयोग कह दूगा, तुहानूं वो योग ही कहेगा, हालेलुया। कि तुसीं योग होवोगे तां तुसीं चुने जाओगे, तुसीं नियुक्त किए जाओगे, ते दाऊद की तरह परमेश्वर तुहानूं बादशाह अधिकारी बनाएगा, तुहानूं सिर बनाएगा, तुहानूं पूंछ नहीं बनाएगा, तुहानूं सिर बनाएगा, हालेलुया, हालेलुया, हालेलुया। आपने बहुत इस गल नूं गहराई नाल देखना कि साडी जिंदगी दे विच सचमुच वो चीज़ां है कि परमेश्वर अपने मूँह तो सानूं कहे कि मैं इस नूं योग समझिया वा, हालेलुया, हालेलुया। ते परमेश्वर दा वचन सानूं मत्ती दी अंजील 10 अध्याय 37 ते 38 आयत दे विच लिखिया वा, उस दे विच दसदा, कहंदा जो अपने माता पिता नूं मेरे तो अधिक जाणदा वा, हालेलुया। पढ़ांगे मत्ती दी अंजील 10 अध्याय 37-38 आयत, 37-38 आयत। जो माता या पिता को मुझसे अधिक प्रिय जानता है वो मेरे योग्य नहीं, वो मेरे योग्य नहीं है, हालेलुया। और जो बेटा या बेटी को मुझसे अधिक प्रिय जानता है, जेड़ा अपने पुत्र धीआं नूं मेरे तो अधिक जानदा वा, वो मेरे योग्य नहीं, मेरे योग्य नहीं। अज मेरे भैणों भाईओ लोग अपने दुनियावी रिश्तियां दे विच पै के परमेश्वर तो दूर होंदे, कहंदे जी मेरे माँ प्यो मैनू परमेश्वर की हजूरी च आण नहीं दिंदे, मेरे भैन भरा मैनू आण नहीं दिंदे, हालेलुया, मैनू आण नहीं दिंदे। लोगों के कोल एक्सक्यूज आ,
ਲੋਕਾਂ ਦੇ ਕੋਲ ਐਕਸਕਿਊਜ਼ ਆ ਕਿ ਜੇ ਦਾਊਦ ਇਹ ਗੱਲ ਸੋਚ ਲੈਂਦਾ ਕਿ ਮੈਨੂੰ ਤਾਂ ਮੇਰੇ ਬਾਪ ਨੇ ਉਸ ਟਾਈਮ ਬੁਲਾਇਆ ਹੀ ਨਹੀਂ, ਜਦੋਂ ਐਡਾ ਵੱਡਾ ਨਬੀ, ਪਰਮੇਸ਼ਰ ਦਾ ਨਬੀ ਉਹਦੇ ਘਰ ਆਇਆ ਵਾ, ਚੁਣਾਵ ਕਰਨ ਵਾਸਤੇ ਆਇਆ ਵਾ, ਉਹ ਬਾਕੀ ਮੁੰਡਿਆਂ ਨੂੰ ਦਿਖਾ ਰਿਹਾ ਵਾ ਪਰ ਦਾਊਦ ਨੂੰ ਨਹੀਂ ਦਿਖਾ ਰਿਹਾ। ਤੇ ਦਾਊਦ ਸੋਚਦਾ ਕਿ ਮੈਨੂੰ ਤਾਂ ਮੇਰੇ ਮਾਂ-ਬਾਪ ਨੇ ਯੋਗ ਨਹੀਂ ਸਮਝਿਆ, ਮੈਂ ਨਹੀਂ ਆਣਾ, ਮੈਂ ਨਹੀਂ ਆਣਾ। ਪਰ ਉਹਨੇ ਇੱਜ਼ਤ ਕੀਤੀ ਸੈਨਾਵਾਂ ਦੇ ਯਹੋਵਾ ਦੀ। ਅੱਜ ਲੋਕ ਕੀ ਕਹਿੰਦੇ ਆ, ਦੁਨਿਆਵੀ ਰਿਸ਼ਤਿਆਂ ਨੂੰ ਪਹਿਲ ਦੇ ਕੇ ਪਰਮੇਸ਼ਰ ਨੂੰ ਅਯੋਗ ਸਮਝਦੇ। ਕਹਿੰਦੇ ਸਾਡੇ ਘਰ ਵਿਆਹ ਵਾ, ਸਾਡੇ ਘਰੇ ਫੰਕਸ਼ਨ ਹੈ, ਪਰ ਉਹ ਭੁੱਲ ਜਾਂਦੇ ਆ ਕਿ ਇੱਕ ਐਸਾ ਘਰ ਵੀ ਆ ਜਿੱਥੇ ਐਸੀ ਬਰਾਤ ਆਣੀ ਆ ਜੋ ਇਸ ਦੁਨੀਆ ਦੀ ਨਹੀਂ ਪਰ ਸਵਰਗ ਦੀ ਹੈ। ਹਾਲੇਲੂਇਆ, 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 ਹਾਲੇਲੂਇਆ। ਖੁਦਾਵੰਦ ਦਾ ਕਲਾਮ ਸਾਨੂੰ ਸਾਫ਼-ਸਾਫ਼ ਦੱਸ ਰਿਹਾ ਵਾ, ਕਹਿੰਦਾ ਜੋ ਆਪਣੇ ਦੁਨਿਆਵੀ ਰਿਸ਼ਤਿਆਂ ਨੂੰ ਮੇਰੇ ਤੋਂ ਵੱਧ ਕੇ ਜਾਣਦਾ ਵਾ, ਤਾਂ ਕੀ ਕਹਿੰਦਾ, ਮੇਰੇ ਯੋਗ ਨਹੀਂ। ਜੇ ਪਰਮੇਸ਼ਰ ਦੇ ਉਹ ਯੋਗ ਨਹੀਂ ਆ ਤਾਂ ਕੀ ਆ, ਪਰਮੇਸ਼ਰ ਦੇ ਉਹ ਬੈਰੀ ਆ, ਤੇ ਪਰਮੇਸ਼ਰ ਦੇ ਨਾਲ ਬੈਰ ਕਰਕੇ ਕੋਈ ਵੀ ਬਚ ਨਹੀਂ ਸਕਦਾ। ਸਗੋਂ ਤੁਹਾਨੂੰ ਉਹਨਾਂ ਰਿਸ਼ਤਿਆਂ ਨੂੰ ਵੀ ਕਹਿਣਾ ਚਾਹੀਦਾ ਵਾ ਕਿ ਤੁਸੀਂ ਸਾਡੇ ਨਾਲ ਚੱਲੋ। ਹਾਲੇਲੂਇਆ, ਸਾਡੇ ਨਾਲ ਚੱਲੋ। ਕਲਾਮ ਅੱਜ ਸਬਤ ਦਾ ਦਿਨ, ਅੱਜ ਪ੍ਰਚਾਰ ਦਾ ਦਿਨ, ਸਾਡੇ ਨਾਲ ਚੱਲੋ ਤਾਂ ਕਿ ਉਹਨਾਂ ਨੂੰ ਵੀ ਆਸ਼ੀਸ਼ ਮਿਲੇ ਤੇ ਤੁਹਾਨੂੰ ਵੀ ਆਸ਼ੀਸ਼ ਮਿਲੇ। ਪਰਮੇਸ਼ਰ ਦਾ ਵਚਨ ਸਾਫ਼-ਸਾਫ਼ ਦੱਸਦਾ ਪਿਆ, ਕਹਿੰਦਾ ਉਹ ਮੇਰੇ ਯੋਗ ਨਹੀਂ ਹੈ ਜਿਹੜਾ ਆਪਣੇ ਪੁੱਤਰ ਧੀਆਂ ਨੂੰ ਵੀ ਮੇਰੇ ਤੋਂ ਵੱਧ ਕੇ ਪਿਆਰ ਕਰਦਾ। ਕਈ ਵਾਰ ਕਹਿ ਦਿੰਦੇ ਨਾ, ਉਹ ਮੈਂ ਤਾਂ ਤੈਨੂੰ ਰੱਬ ਜਿੰਨਾ, ਰੱਬ ਤੋਂ ਵੱਧ ਪਿਆਰ ਕਰਦਾ। ਤੁਸੀਂ ਇਸ ਤਰ੍ਹਾਂ ਕਹਿ ਕੇ ਆਪਣੇ ਉਸ ਸਾਥੀ ਦੇ ਉੱਤੇ, ਆਪਣੇ ਬੱਚਿਆਂ ਦੇ ਉੱਤੇ ਰੱਬ ਦਾ ਕ੍ਰੋਧ ਲੈ ਕੇ ਆਉਂਦੇ ਹੋ। ਸਭ ਤੋਂ ਪਹਿਲਾਂ ਪਰਮੇਸ਼ਰ ਦਾ ਪਿਆਰ ਹੈ, ਉਸ ਤੋਂ ਬਾਅਦ ਇਹ ਸਾਰੇ ਪਿਆਰ ਵਾ। ਹਾਲੇਲੂਇਆ, ਇਹ ਸਾਰੇ ਪਿਆਰ ਉਸ ਤੋਂ ਬਾਅਦ ਹੈ। ਖੁਦਾਵੰਦ ਕਹਿੰਦੇ ਕਿ ਤੁਹਾਨੂੰ ਹਰ ਹਾਲ ਦੇ ਵਿੱਚ ਪਰਮੇਸ਼ਰ ਦੇ ਨਾਲ ਚੱਲਣਾ ਪਏਗਾ। ਹਰ ਇੱਕ ਇਨਕਾਰ ਤੋਂ ਬਾਅਦ ਵੀ ਹੋ ਸਕਦਾ ਕਿ ਤੁਸੀਂ ਯਕੀਨ ਕਰਦੇ ਹੋ ਤੇ ਤੁਹਾਡੇ ਘਰ ਦੇ ਯਕੀਨ ਨਹੀਂ ਕਰਦੇ, ਤੁਹਾਡੇ ਬਾਲ ਬੱਚੇ ਯਕੀਨ ਨਹੀਂ ਕਰਦੇ, ਤੁਹਾਡਾ ਹਸਬੈਂਡ ਯਕੀਨ ਨਹੀਂ ਕਰਦਾ, ਪਰ ਤੁਹਾਨੂੰ ਆਪਣੇ ਈਮਾਨ ਨੂੰ ਪੱਕਾ ਕਰਨ ਦੇ ਲਈ ਪਰਮੇਸ਼ਰ ਦੇ ਪਿੱਛੇ ਚੱਲਣਾ ਪਏਗਾ। ਜਦੋਂ ਆਪਾਂ ਇਹਦੇ ਵਿੱਚ ਹੀ ਆਪਾਂ ਦੇਖਦੇ ਹਾਂ 38 ਆਇਤ ਨੂੰ ਦੁਬਾਰਾ ਪੜਾਂਗੇ। हाँ जी, जो अपना क्रूस लेकर मेरे पीछे ना चले वो मेरे योग्य नहीं। कहता जेड़ा अपना क्रूस लेके अपना क्रूस अपनी सलीब लेके मेरे पीछे ना चले, कहता वो भी मेरे योग नहीं आ, वो भी नहीं आ। जेड़ा रिश्तियां दे विच फसिया होया वा, रिश्तियां दे विच फस के यीशु दा इनकार करदा, ओदी सलीब दा इनकार करदा, ओदे वचन दा इनकार करदा वा, जेड़ा कहंदा कि मेरे कोल टाइम नहीं है, मैं दुनिया दे कंमां दे विच खोया, असीं तां भाई रोटी कमाणी आ, असीं अपने ढिड दे लई ढिड नूं पालना वा। पापी पेट का सवाल आ, तो याद रखा करो पेट के बल कौन चलता वा। हालेलुया, पेट के बल कौन चलता, कहते पापी पेट का सवाल आ जी, चर्च की आई है, साडे कोल टाइम ही नहीं है। खुदा कहता मेरे वो योग नहीं है। तो खुदा साहब कहता कि जिहड़ा अपनी सलीब चक के मेरे पिछे नहीं चलता, उन्हां दुखां नूं, उस इनकार नूं, उस विरोध नूं, उस सताव नूं नहीं सहंदा, तो कहता वो भी मेरे योग नहीं है। अपनी सलीब, जब यीशु ने सलीब चक ली सी ना, तो यीशु का विरोध शुरू सीगा, कोड़े खाधे, विरोध होया, लोगों दी गल्लां सुनियां, अपनियां ने उन्होंने ताने मारे, कहता तू तो बड़ा वड्डा परमेश्वर का पुत्र वा, कहता अपने आप नूं बचा लै। तो इस्त्रियां उन्होंने की कहंदियां, कहंदियां असीं तेरे वास्ते रोंदियां वा। तो यीशु मसीह ने की किया, कहता वे यरूशलेम की स्त्रियों मेरे लिए नहीं पर अपने बाल बच्चों के लिए रो, क्योंकि यीशु मसीह नूं पता सी कि जदों इन्हां ने क्रॉस चकना वा तो इन्हां दे रिश्तेदारां ने, इन्हां दे लोकां ने, इन्हां दे आस पड़ोस ने, इन्हां दे समाज ने इन्हां नूं तंग करना वा। तो प्रभु कहंदे जिहड़ा मेरे पिछे अपना सलीब चक के उस सताव नूं सहंदे होए, उन्हां दुखां नूं सहंदे होए, उस इनकार नूं सहंदे होए मेरे पिछे नहीं हो लैंदा। हालेलुया, बड़ा औखा वा यीशु दे पिछे क्रॉस चक के चलना, बड़ा औखा लगता वा अपने गुनाहगारां नूं माफ़ करना, बड़ा औखा लगता वा भुखे रह के दूसरे नूं आशीष देना, बड़ा औखा लगता वा अपने बच्चों तो पहला दूसरे लिए प्रार्थना करना, प्रभु उन्हां बच्चों नूं आशीष दें, बाद च कहना खुदा मेरे बच्चों के उत्ते दया करी अगर तेरी इच्छा होवे। बड़ा औखा लगता, बड़ा औखा लगता सवेर नूं उठ के प्रार्थना करना, बड़ा औखा लगता वचन पढ़ना, बड़ा औखा लगता परमेश्वर के घर लगातार जाके दुआ करना, बड़ा औखा लगता ईमान रख के चलना, बड़ा औखा लगता जो दुनिया के विच ऐश, दुनिया के विच इशरत, दुनिया के विच नाच राग रंग होंदे ते पिठ मोड़ के बैठ जाना, ते बड़ा औखा लगता उन्हां लोकां नूं।
ਪਰ ਜਿਹੜੇ ਇਸ ਤਰ੍ਹਾਂ ਕਰਦੇ ਆ ਸੱਚਮੁੱਚ ਉਹ ਪਰਮੇਸ਼ਰ ਦੇ ਯੋਗ ਆ। ਪਰਮੇਸ਼ਰ ਦਾ ਵਚਨ ਸਾਫ਼ ਕਹਿੰਦਾ, ਜੋ ਆਪਣਾ ਸਲੀਬ ਚੱਕ ਕੇ ਮੇਰੇ ਪਿੱਛੇ ਨਹੀਂ ਚੱਲਦਾ ਉਹ ਮੇਰੇ ਯੋਗ ਨਹੀਂ ਆ। ਪਰਮੇਸ਼ਰ ਨੂੰ ਯੋਗ ਦੱਸ ਦਿੰਦਾ ਵਾ, ਯੋਗ ਦੱਸ ਦਿੰਦਾ ਵਾ। ਜਿੰਨੇ ਮਰਜ਼ੀ ਤੁਸੀਂ ਸੋਹਣੇ ਹੋ, ਮਜ਼ਬੂਤ ਹੋ, ਅਮੀਰ ਹੋ, ਮਹਿੰਗੇ ਤੋਂ ਮਹਿੰਗੇ ਕੱਪੜੇ ਪਾਏ ਆ, ਕੀ ਬਣੇਗਾ ਜਦ ਪਰਮੇਸ਼ਰ ਤੁਹਾਨੂੰ ਅਯੋਗ ਸਮਝ ਲਵੇ। ਚਾਹੇ ਲੱਖਾਂ ਦਾ ਪੈਂਟ ਕੋਟ ਪਾ ਕੇ, ਵਧੀਆ ਤੋਂ ਵਧੀਆ ਮੋਬਾਈਲ ਰੱਖ ਕੇ, ਵਧੀਆ ਤੋਂ ਵਧੀਆ ਗੋਲਡ ਪਾ ਕੇ, ਟਾਈਆਂ ਲਾ ਕੇ, ਵਧੀਆ ਤੋਂ ਵਧੀਆ ਬਲੀਚਾਂ ਲਗਾ ਕੇ, ਰੰਗ ਰੂਪ ਕੱਢ ਕੇ, ਤੇ ਪਰਮੇਸ਼ਰ ਕਹੇ ਕਿ ਤੁਸੀਂ ਸਵਰਗ ਨਹੀਂ ਜਾ ਸਕਦੇ। ਖਤਮ। ਮੈਂ ਪਿੱਛੇ ਪੜਿਆ, ਕਹਿੰਦੇ ਇੱਕ ਕਿਸੇ ਬੰਦੇ ਦਾ ਕਹਿੰਦੇ ਉਹ ਸੇਲ ਲਾਈ, ਉਹਨੇ ਪੈਂਟ ਕੋਟ ਵਿਕੇ, ਕਹਿੰਦੇ ਲੱਖਾਂ ਦੇ ਵਿੱਚ, ਕਰੋੜਾਂ ਦੇ ਵਿੱਚ ਪੈਂਟ ਕੋਟ ਵਿਕੇ। ਮੈਂ ਕਹਿੰਦਾ ਉਹ ਕਰੋੜ ਦਾ ਸੂਟ ਪਾ ਕੇ ਤੇ ਪਰਮੇਸ਼ਰ ਕਹੇ ਕਿ ਤੂੰ ਸਵਰਗ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ, ਤੂੰ ਅਯੋਗ ਆ। ਕੀ ਫਾਇਦਾ ਵਾ ਇੱਦਾਂ ਦੀ ਜ਼ਿੰਦਗੀ ਦਾ ਕਿ ਸਾਰੇ ਸੰਸਾਰ ਦੀਆਂ ਬਰਕਤਾਂ ਥੱਲੇ, ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ, ਪ੍ਰਾਈਵੇਟ ਜੈਟ ਪਲੇਨ ਰੱਖੇ ਹੋਣ ਤੇ ਖੁਦਾ ਕਹੇ ਤੂੰ ਅਯੋਗ ਆ। ਕਿੰਨੀ ਸ਼ੇਮ ਆ ਉਸ ਵਕਤ ਸਵਰਗਦੂਤਾਂ ਦੇ ਮੋਹਰੇ ਤੇ ਪਰਮੇਸ਼ਰ ਦੇ ਉਹਨਾਂ ਚੁਣੇ ਹੋਏ ਲੋਕਾਂ ਦੇ ਮੋਹਰੇ, ਕਿੰਨੀ ਸ਼ੇਮ ਆ। ਉਹ ਕਹਿੰਦਾ ਕਿ ਉਹ ਮੇਰੇ ਯੋਗ ਨਹੀਂ ਆ, ਜਿਹੜਾ ਕੀ ਕਹਿੰਦਾ ਆਪਣੀ ਸਲੀਬ ਚੱਕ ਕੇ ਮੇਰੇ ਪਿੱਛੇ ਨਹੀਂ ਚੱਲਦਾ। ਇਹਨਾਂ ਦੁੱਖਾਂ ਦੇ ਵਿੱਚੋਂ ਨਿਕਲ ਕੇ ਹੀ, ਇਸ ਸਤਾਵ ਦੇ ਵਿੱਚੋਂ ਨਿਕਲ ਕੇ ਹੀ ਸਾਨੂੰ ਪਾਰ ਹੋ ਕੇ ਯੋਗ ਬਣ ਕੇ ਦਾਊਦ ਦੀ ਤਰ੍ਹਾਂ, ਜੋ ਸਾਡਾ ਪਰਮੇਸ਼ਰ ਸਾਨੂੰ ਕਹੇਗਾ ਕਿ ਇਹ ਮੇਰੇ ਮਨ ਦੇ ਅਨੁਸਾਰ ਹੀ ਆ, ਇਹ ਮੇਰੇ ਯੋਗ ਆ, ਤਾਂ ਉਹ ਸੱਚਮੁੱਚ ਸਾਡਾ ਸਿਰ ਸਾਡੇ ਕੁਲ ਦੇ ਵਿੱਚ, ਸਾਡੇ ਗੋਤਰ ਦੇ ਵਿੱਚ, ਸਾਡੇ ਲੋਕਾਂ ਦੇ ਵਿੱਚ, ਸਾਡੇ ਇਲਾਕੇ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ, ਇਸ ਦੁਨੀਆ ਦੇ ਵਿੱਚ ਉਹ ਸਿਰ ਚੱਕ ਕੇ ਰੱਖ ਦੇਗਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸੋ ਪਰਮੇਸ਼ਰ ਦਾ ਵਚਨ ਸਾਫ਼ ਕਹਿੰਦਾ ਕਿ ਇਹ ਲੋਕ ਮੇਰੇ ਯੋਗ ਨਹੀਂ, ਜਿਹੜਾ ਆਪਣੇ ਮਾਂ ਪਿਓ ਨੂੰ, ਆਪਣੇ ਭੈਣ ਭਰਾਵਾਂ ਨੂੰ, ਆਪਣੇ ਬੱਚਿਆਂ ਨੂੰ ਮੇਰੇ ਤੋਂ ਵੱਧ ਕੇ ਸਮਝਦਾ ਵਾ। ਸਿਰਫ ਆਪਣੇ ਹੀ ਬੱਚਿਆਂ ਨੂੰ, ਸੈਲਫਿਸ਼ ਹੋ ਜਾਂਦੇ ਜੋ ਲੋਕ, ਕਹਿੰਦਾ ਉਹ ਮੇਰੇ ਯੋਗ ਨਹੀਂ ਆ। ਆਪਾਂ ਨੂੰ ਆਪਣੇ ਕਲੀਸਿਆ ਦੇ ਭੈਣ ਭਰਾਵਾਂ ਦੇ ਲਈ ਵੀ ਪ੍ਰਾਰਥਨਾ ਕਰਨੀ ਆ, ਆਪਣੇ ਬੱਚਿਆਂ ਤੋਂ ਵੱਧ ਕੇ ਉਹਨਾਂ ਦੇ ਲਈ ਪ੍ਰਾਰਥਨਾ ਕਰਨੀ ਆ, ਆਪਣੇ ਨਾਲ ਦੇ ਜੰਮਿਆਂ ਹੋਇਆਂ ਤੋਂ ਵੱਧ ਕੇ ਆਪਣੇ ਮਸੀਹ ਰਿਸ਼ਤਿਆਂ ਨੂੰ ਜੋ ਤੁਹਾਨੂੰ ਪਰਮੇਸ਼ਰ ਨੇ ਆਤਮਾ ਦੇ ਵਿੱਚ ਦਿੱਤੇ ਆ, ਉਹ ਚਾਹੇ ਕਿਸੇ ਵੀ ਕੁਲਗੋਤਰ ਜਾਤੀ ਦੇ ਵਿੱਚੋਂ ਦੀ ਆਣ, ਉਹ ਗੋਰੇ ਆ, ਕਾਲੇ ਆ, ਲੰਗੜੇ ਆ, ਕੁੱਬੇ ਆ, ਅੰਨੇ ਆ, ਜਿਸ ਮਰਜ਼ੀ ਹਾਲਤ ਦੇ ਵਿੱਚ ਆਣ, ਸਾਨੂੰ ਉਹਨਾਂ ਦੇ ਨਾਲ ਆਪਣੇ ਬੱਚਿਆਂ ਤੋਂ ਵੱਧ ਕੇ ਪਿਆਰ ਦਿਖਾਉਣਾ ਪੈਣਾ। ਹਾਲੇਲੂਇਆ। ਤਾਂ ਅਸੀਂ ਆਪਣੇ ਪਰਮੇਸ਼ਰ ਦੇ ਯੋਗ ਹਾਂ ਤੇ ਅਸੀਂ ਰੋਜ਼ ਸਾਨੂੰ ਆਪਣੀ ਸਲੀਬ ਚੱਕ ਕੇ ਯਿਸੂ ਦੇ ਪਿੱਛੇ ਚੱਲਣਾ ਵਾ। ਉਸ ਇਨਕਾਰ, ਉਸ ਵਿਰੋਧ ਦੇ ਬਾਵਜੂਦ ਵੀ ਸਾਨੂੰ ਪਰਮੇਸ਼ਰ ਦੇ ਪਿੱਛੇ ਚੱਲਣਾ। ਜੋ ਨਹੀਂ ਚੱਲਣਗੇ ਉਹ ਅਯੋਗ ਆ, ਜੋ ਚੱਲਣਗੇ ਉਹੀ ਯੋਗ ਆ। ਹਾਲੇਲੂਇਆ। ਤੇ ਹੋਰ ਪਰਮੇਸ਼ਰ ਦਾ ਕਲਾਮ ਕਹਿੰਦਾ ਸਲੀਬ ਚੱਕਣੀ ਵੀ ਆ, ਤੁਰਨਾ ਵੀ ਆ। ਤੇ ਕਈ ਕੀ ਕਰਦੇ ਆ, ਸਲੀਬ ਚੱਕ ਲੈਂਦੇ ਆ, ਤੁਰ ਪੈਂਦੇ ਆ ਤੇ ਦੇਖਦੇ ਪਿੱਛੇ ਮੁੜ ਕੇ ਕਹਿੰਦੇ ਸਾਨੂੰ ਤਾਂ ਜੀ 20 ਸਾਲ ਹੋ ਗਏ ਯਿਸੂ ਦੇ ਵਿੱਚ ਆਇਆ ਨੂੰ। ਕਹਿੰਦੇ ਸਾਨੂੰ 20 ਸਾਲ ਹੋ ਗਏ ਯਿਸੂ ਦੇ ਵਿੱਚ ਆਇਆ ਨੂੰ। ਅਸੀਂ ਤਾਂ ਪਹਿਲਾਂ ਜੀ ਬੜੇ ਵੱਡੇ ਅਮੀਰ ਹੁੰਦੇ ਸੀ, ਸਾਡੇ ਕੋਲ ਪਹਿਲਾਂ ਬੜੀਆਂ ਗੱਡੀਆਂ ਸੀ, ਸਾਡੇ ਕੋਲ ਬੜੇ ਘਰ ਸੀ। ਪਿੱਛੇ ਮੁੜ ਮੁੜ ਕੇ ਦੇਖਦੇ ਆ, ਅਸੀਂ ਉਹ ਛੱਡ ਆਏ ਜੀ, ਸਾਡੀ ਬੜੀ ਪ੍ਰਾਪਰਟੀ ਸੀ, ਅਸੀਂ ਬੜੇ ਵੱਡੇ ਅਫਸਰ ਸੀ, ਅਸੀਂ ਯਿਸੂ ਦੇ ਕੋਲ ਆ ਗਏ ਜੀ, ਹੁਣ ਤਾਂ ਅਸੀਂ ਮਸੀਹ 'ਚ ਆ ਜੀ। ਉਹ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਜਿਵੇਂ ਕਿ ਉਹ ਦੱਸਦੇ ਹੁੰਦੇ ਕਿ ਅਸੀਂ ਪਹਿਲਾਂ ਫਾਇਦੇ 'ਚ ਸੀ, ਹੁਣ ਅਸੀਂ ਘਾਟੇ ਦੇ ਵਿੱਚ ਆ, ਹੁਣ ਅਸੀਂ ਘਾਟੇ ਦੇ ਵਿੱਚ ਆ। ਉਹ ਪਿੱਛੇ ਮੁੜ ਮੁੜ ਕੇ ਦੇਖਦੇ ਆ, ਉਹ ਇਹ ਨਹੀਂ ਦੇਖਦੇ ਕਿ ਪਹਿਲਾਂ ਸਾਡੇ ਕੋਲ ਉਹ ਦੁਨੀਆ ਦੀਆਂ ਬਰਕਤਾਂ ਸੀ, ਅੱਜ ਸਾਡੇ ਕੋਲ ਯਿਸੂ ਮਸੀਹ ਆ। ਪਹਿਲਾਂ ਸਾਡੇ ਕੋਲ ਦੁਨਿਆਵੀ ਚੀਜ਼ਾਂ ਸੀ, ਅੱਜ ਸਾਡੇ ਕੋਲ ਸਵਰਗੀ ਚੀਜ਼ਾਂ ਵਾ। ਹਾਲੇਲੂਇਆ। ਪਹਿਲਾਂ ਸਾਡੇ ਕੋਲ ਦੁਨਿਆਵੀ ਘਰ ਵੱਡਾ ਸੀ, ਹੁਣ ਸਾਡੇ ਕੋਲ ਸਵਰਗ ਦਾ ਵੱਡਾ ਘਰ ਵਾ। ਉਹ ਇਹ ਚੀਜ਼ਾਂ ਨਹੀਂ ਦੇਖਦੇ, ਪਹਿਲਾਂ ਪਿੱਛੇ ਮੁੜ ਕੇ ਦੇਖਦੇ ਆ। ਉਹ ਵੀ ਲੋਕ ਪਰਮੇਸ਼ਰ ਕਹਿੰਦਾ ਮੇਰੇ ਯੋਗ ਨਹੀਂ ਆ, ਉਹ ਵੀ ਕਹਿੰਦਾ ਮੇਰੇ ਕੋਲ, ਮੈਂ ਉਹਨਾਂ ਨੂੰ ਅਯੋਗ ਸਮਝਦਾ ਵਾਂ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਦਾ ਵਚਨ ਲੂਕਾ ਦੀ ਅੰਜੀਲ 9 ਅਧਿਆਏ ਉਹਦੀ 62 ਆਇਤ ਵਿੱਚ ਆਪਾਂ ਦੇਖਾਂਗੇ। ਕਹਿੰਦਾ ਜਿਹੜਾ ਹਲ ਤੇ ਹੱਥ ਰੱਖ ਕੇ ਪਿੱਛੇ ਦੇਖਦਾ। ਹਾਲੇਲੂਇਆ। ਪੜਾਂਗੇ लूका की अंजील 9 अध्याय 62 आयत पढ़ांगे 62 वर्ष। यीशु ने उससे कहा जो कोई अपना हाथ हल पर रख जेड़ा अपना हाथ हल दे उत्ते रख के पीछे देखदा वा वो परमेश्वर के राज्य के योग्य नहीं। वो भी कहंदा मेरे राज दे योग नहीं है। वो जेड़ा दुनिया दे राज नूं देखी जांदा पिछे कहंदा मैं पहला बड़ा वड्डा अफसर सीगा, मैं पहला
ਬਹੁਤ ਵੱਡਾ ਮੰਤਰੀ ਸੀਗਾ, ਕਹਿੰਦਾ ਮੈਂ ਯਿਸੂ ਕੋਲ ਆ ਗਿਆ ਤੇ ਹੁਣ ਮੈਂ ਉਹ ਨਹੀਂ ਕਰਦਾ ਜੀ ਪਹਿਲਾਂ ਸੀ। ਇਜ਼ਰਾਈਲੀ ਕਿਉਂ 40 ਸਾਲ ਜੰਗਲ ਦੇ ਵਿੱਚ ਘੁੰਮਦੇ ਘੁੰਮਦੇ ਮਰ ਗਏ? ਕਹਿੰਦਾ ਸਿਵਾਏ ਯਹੋਸ਼ੂਆ ਤੇ ਕਾਲੇਬ ਦੇ ਹੋਰ ਕੋਈ ਉਸ ਅੰਸ਼ ਔਲਾਦ ਜਿਹੜੀ ਉਹਦੇ ਵਿੱਚੋਂ ਨਿਕਲੇ ਸੀਗੇ, ਲੋਕ ਜਿਹੜੇ ਨਿਕਲ ਕੇ ਆਏ ਸੀਗੇ ਮਿਸਰ ਦੀ ਗੁਲਾਮੀ ਚੋਂ, ਹੋਰ ਕੋਈ ਉਸ ਵਾਅਦੇ ਦੀ ਜ਼ਮੀਨ ਤੇ ਕਿਉਂ ਨਹੀਂ ਗਿਆ? ਇਸੇ ਲਈ ਨਹੀਂ ਗਿਆ ਕਿਉਂਕਿ ਉਹ ਹੱਲ ਤੇ ਹੱਥ ਰੱਖ ਕੇ ਪਿੱਛੇ ਮੁੜ ਕੇ ਦੇਖਦੇ ਸੀ। ਉਹਨਾਂ ਨੂੰ ਯਾਦ ਆਉਂਦੇ ਸੀ ਉਹ ਘਰ, ਉਹਨਾਂ ਨੂੰ ਯਾਦ ਆਉਂਦੇ ਸੀ ਉਹ ਮਖਮਲ, ਉਹਨਾਂ ਨੂੰ ਯਾਦ ਆਉਂਦੇ ਸੀ ਉਹ ਲਸਣ ਤੇ ਪਿਆਜ਼ ਦੇ ਤੜਕੇ, ਉਹ ਮੀਟ, ਉਹ ਮੁਰਗੇ, ਉਹ ਮੱਛੀਆਂ, ਉਹ ਬੱਕਰੇ, ਉਹ ਮੇਢੇ, ਉਹਨਾਂ ਨੂੰ ਯਾਦ ਆਉਂਦੇ ਸੀ ਜੋ ਖਾਂਦੇ ਸੀ। ਤੇ ਭੁੱਲ ਗਏ ਸੀ ਉਹ ਉਹਨਾਂ ਦੁੱਖਾਂ ਨੂੰ, ਉਹਨਾਂ ਚੀਕੋ ਪੁਕਾਰ ਨੂੰ, ਉਹਨਾਂ ਕੋੜਿਆਂ ਨੂੰ, ਉਸ ਕਠਿਨ ਪਰਿਸ਼ਰਮ ਨੂੰ ਜੋ ਉਹ ਉੱਥੇ ਕਰਦੇ ਸੀਗੇ। ਇਸੇ ਲਈ ਉਹ 40 ਸਾਲ ਤੱਕ ਜੰਗਲ 'ਚ ਫਿਰਦੇ ਰਹੇ। ਕਹਿੰਦਾ ਉਸ ਅਨ ਆਗਿਆਕਾਰੀ ਕੌਮ ਦੇ ਵਿੱਚੋਂ ਕੋਈ ਵੀ ਉਸ ਵਾਅਦੇ ਦੀ ਜ਼ਮੀਨ ਤੇ ਜਾ ਨਹੀਂ ਸਕਿਆ। ਕਿਉਂ? ਉਹ ਅਯੋਗ ਨਿਕਲੇ, ਅਯੋਗ ਨਿਕਲੇ। ਸਿਰਫ ਕਾਲੇਬ ਤੇ ਯਹੋਸ਼ੂਆ ਜਿਨ੍ਹਾਂ ਨੇ ਕਿਹਾ ਸੀ ਅਸੀਂ ਹੁਣੀ ਜਾਵਾਂਗੇ ਤੇ ਅਮਲੇਕੀਆਂ ਨੂੰ ਜਾ ਕੇ ਢਾ ਲਾਂਗੇ, ਅਸੀਂ ਤਾਂ ਕਹਿੰਦਾ ਜਿੱਤ ਲਵਾਂਗੇ ਉਸ ਨਗਰ ਨੂੰ। ਤੇ ਪਰਮੇਸ਼ਰ ਨੇ ਕਿਹਾ ਇਹੀ ਦੋਨੇ ਜਾਣਗੇ ਉਸ ਵਾਅਦੇ ਦੀ ਜ਼ਮੀਨ ਤੇ। ਪਰ ਜਿਹੜੇ ਹੱਲ ਤੇ ਹੱਥ ਰੱਖ ਕੇ ਪਿੱਛੇ ਦੇਖਦੇ ਸੀਗੇ, ਪਿੱਛੇ ਮੁੜ ਕੇ ਪੁਰਾਣੀਆਂ ਜ਼ਿੰਦਗੀਆਂ ਨੂੰ ਦੇਖਦੇ ਸੀਗੇ, ਮੁੜ ਕੇ ਪੁਰਾਣੀ ਜ਼ਿੰਦਗੀ ਦੇ ਵਿੱਚ ਜਾਣਾ ਚਾਹੁੰਦੇ ਸੀ, ਉਹਨਾਂ ਦੇ ਅੰਦਰ ਉਹ ਬੁੱਤ, ਉਹੀ ਬੱਚਾ, ਉਹੀ ਬੱਕਰਾ ਦੇਵਤਾ, ਉਹੀ ਗ੍ਰਹਿ ਦੇਵਤਾ ਉਹਨਾਂ ਦੇ ਮਨਾਂ ਦੇ ਵਿੱਚ ਬੜੇ ਹੋਏ ਸੀ। ਉਹ ਨਿਕਲ ਨਹੀਂ ਪਾਏ ਸੀ, ਉਹ ਪਿੱਛੇ ਮੁੜ ਕੇ ਦੇਖਦੇ ਸੀ। ਉਹ ਕਹਿੰਦੇ ਆ ਮੂਸਾ ਅਸੀਂ ਨਹੀਂ ਜਾਣਦੇ ਜਿਹੜਾ ਰੱਬ ਸਾਨੂੰ ਉਸ ਤੋਂ ਕੱਢ ਕੇ ਲੈ ਕੇ ਆਇਆ ਉਹਦਾ ਕੀ ਬਣਿਆ, ਅਸੀਂ ਉਹਨੂੰ ਦੇਖ ਨਹੀਂ ਸਕਦੇ। ਤੂੰ ਦੇਖਦਾ ਮੂਸਾ, ਸਾਨੂੰ ਇੱਦਾਂ ਦਾ ਰੱਬ ਚਾਹੀਦਾ ਜੋ ਜਿਹਨੂੰ ਅਸੀਂ ਦੇਖ ਸਕੀਏ, ਅਸੀਂ ਦੇਖ ਕੇ ਉਹਦੀ ਪੂਜਾ ਕਰ ਸਕੀਏ, ਅਸੀਂ ਉਹਨੂੰ ਧਿਆ ਸਕੀਏ, ਅਸੀਂ ਉਹਨੂੰ ਮੰਨ ਸਕੀਏ, ਜਿਹੜਾ ਰੱਬ ਸਾਡੇ ਅੱਗੇ ਅੱਗੇ ਚੱਲੇ। ਤੇ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਆਪਣੀਆਂ ਸੋਨੇ ਦੀਆਂ ਬਾਲੀਆਂ ਤੇ ਅੰਗੂਠੀਆਂ, ਬਾਈਬਲ ਦੱਸਦੀ, ਕੜੇ ਲਾਏ ਤੇ ਅੱਗ ਦੇ ਵਿੱਚ ਪਾ ਦਿੱਤੇ। ਤੇ ਉਹਦੇ ਵਿੱਚੋਂ ਕੀ ਨਿਕਲਿਆ ਆ? ਇੱਕ ਮੇਢਾ, ਇੱਕ ਬੱਚਾ ਨਿਕਲਿਆ ਆ। ਉਹ ਅੱਗ ਦੇ ਵਿੱਚ ਬੱਚਾ ਕਿਸੇ ਨੇ ਪਾਇਆ ਨਹੀਂ ਸੀ, ਕੋਈ ਮੰਤਰ ਨਹੀਂ ਪੜਿਆ ਗਿਆ ਸੀ, ਪਰ ਜੋ ਉਹਨਾਂ ਦੇ ਮਨਾਂ ਦੇ ਵਿੱਚ ਸੀਗਾ ਉਹ ਪਰਮੇਸ਼ਰ ਨੇ ਹਾਰੂਨ ਦੇ ਉੱਤੇ ਜ਼ਾਹਰ ਕਰ ਦਿੱਤਾ ਕਿ ਦੇਖ ਇਹਨਾਂ ਦੇ ਮਨਾਂ ਦੇ ਵਿੱਚ ਇਹ ਚੱਲਦਾ। ਜਿੱਦਾਂ ਹੀ ਉਹਨਾਂ ਨੇ ਉਹ ਬਾਲੀਆਂ, ਉਹ ਕੜੇ, ਉਹ ਸੋਨਾ ਉਹਦੇ 'ਚ ਅੱਗ 'ਚ ਪਾਇਆ ਤਾਂ ਬਾਈਬਲ ਦੱਸਦੀ ਉਹਦੇ ਵਿੱਚੋਂ ਦੀ ਉਹ ਮੇਢਾ ਨਿਕਲ ਆਇਆ। ਲਿਖਿਆ ਕਲਾਮ ਦੇ ਵਿੱਚ ਕਿ ਅੱਗ ਦੇ ਨਾਲ ਪਰਖੇ ਜਾਣਗੇ, ਇਸ ਤਰ੍ਹਾਂ ਹੀ ਅੱਗ ਦੇ ਨਾਲ ਸਾਰਿਆਂ ਦੇ ਮਨ ਜ਼ਾਹਰ ਹੋ ਜਾਣਗੇ। ਜਿੱਦਾਂ ਪਰਮੇਸ਼ਰ ਨੇ ਉਸ ਵਕਤ ਉਹਨਾਂ ਦੇ ਮਨਾਂ ਦੇ ਅੰਦਰ ਬਣੇ ਹੋਏ ਬੱਚੇ, ਮੇਢੇ ਤੇ ਉਹ ਬੱਕਰਾ ਦੇਵਤਾ ਉਹ ਅੱਗ ਦੇ ਦੁਆਰਾ ਸਾਹਮਣੇ ਲਿਆ ਦਿੱਤੇ। ਹਾਲੇਲੂਇਆ, ਉਹ ਸਾਹਮਣੇ ਲਿਆ ਦਿੱਤੇ ਜੋ ਕਿ ਉਹ ਪਿੱਛੇ ਮੁੜ ਕੇ ਦੇਖਦੇ ਸੀ। ਪਰਮੇਸ਼ਰ ਨੇ ਸਾਬਤ ਕਰ ਦਿੱਤਾ ਕਿ ਇਸ ਪੀੜ੍ਹੀ ਦੇ ਕੌਮ ਜਿਹੜੇ ਆ, ਇਹ ਲੋਕ ਆ, ਇਹ ਅਨ ਆਗਿਆਕਾਰੀ ਲੋਕ ਵਾ। ਉਹਨਾਂ ਦੇ ਉਹ ਮਨ ਦੀ ਬੁਰਾਈ ਨੂੰ, ਪਿੱਛੇ ਮੁੜ ਕੇ ਦੇਖਣ ਦੀ ਬੁਰਾਈ ਨੂੰ ਪਰਮੇਸ਼ਰ ਨੇ ਅੱਗ ਦੇ ਨਾਲ ਜ਼ਾਹਰ ਕਰ ਦਿੱਤਾ, ਅੱਗ ਦੇ ਨਾਲ ਜ਼ਾਹਰ ਕਰ ਦਿੱਤਾ। ਪਰਮੇਸ਼ਰ ਕਹਿੰਦਾ ਉਹ ਮੇਰੇ ਯੋਗ ਨਹੀਂ ਆ, ਉਹ ਅਯੋਗ ਆ ਜਿਹੜੇ ਹੱਲ ਤੇ ਹੱਥ ਰੱਖ ਕੇ ਪਿੱਛੇ ਦੇਖਦੇ ਆ, ਪੁਰਾਣੀਆਂ ਜ਼ਿੰਦਗੀਆਂ 'ਚ ਮੁੜ ਕੇ ਜਾਂਦੇ ਆ। ਉਹਨਾਂ ਨੂੰ ਇਹ ਨਵੀਂ ਜ਼ਿੰਦਗੀ ਤੋਂ ਵੱਧ ਕੇ ਉਹ ਪੁਰਾਣੀ ਜ਼ਿੰਦਗੀ ਤੇ ਮਾਣ ਹੁੰਦਾ ਵਾ। ਆਪਣੇ ਅਹੁਦਿਆਂ ਤੇ, ਆਪਣੇ ਕੱਪੜਿਆਂ ਤੇ, ਆਪਣੇ ਪੈਸੇ ਤੇ, ਆਪਣੀ ਸਟੱਡੀ ਦੇ ਉੱਤੇ ਉਹਨਾਂ ਨੂੰ ਮਾਣ ਹੁੰਦਾ। ਪਰ ਸਾਨੂੰ ਮਾਣ ਹੋਣਾ ਚਾਹੀਦਾ ਸਾਡੇ ਰੱਬ ਦੇ ਉੱਤੇ। ਸਾਨੂੰ ਮਾਣ ਇਸ ਚੀਜ਼ ਤੇ ਨਹੀਂ ਆ ਕਿ ਅਸੀਂ ਕੀ ਸੀਗੇ, ਸਾਨੂੰ ਮਾਣ ਇਸ ਚੀਜ਼ ਤੇ ਆ ਅਸੀਂ ਹੁਣ ਕੀ ਹੈਗੇ ਆ। ਹਾਲੇਲੂਇਆ, ਕਿਉਂਕਿ ਉਹ ਰਾਵਾਂ ਸਾਨੂੰ ਖੁੱਲੇ ਰਸਤਿਆਂ ਦੇ ਉੱਤੋਂ ਦੀ ਸਾਨੂੰ ਨਰਕ ਦੇ ਵੱਲ ਲੈ ਕੇ ਜਾਂਦੀਆਂ ਸੀ। ਉਹ ਗੁਨਾਹਗਾਰੀਆਂ, ਬਦਕਾਰੀਆਂ, ਉਹ ਆਪਣੇ ਬੜਿਆਂ ਦਾ ਆਦਰ ਨਾ ਕਰਨਾ, ਝੂਠ, ਨਿੰਦਿਆ, ਨੰਗਾਈ, ਉਹ ਲੁੱਚਪਣ, ਉਹ ਚੁਗਲੀਆਂ, ਉਹ ਜੂਆ, ਉਹ ਐਬ, ਉਹ ਸ਼ਰਾਬ, ਉਹ ਸਾਨੂੰ ਨਰਕਾਂ ਵੱਲ ਲੈ ਕੇ ਜਾਂਦੀ ਸੀ ਜਿੱਥੇ ਅਸੀਂ ਕਦੀ ਮਾਣ ਕਰਦੇ ਸੀ। ਭਈ ਕਹਿੰਦੇ ਮੈਂ ਤਾਂ ਜੀ 10-10 ਪੇਟੀਆਂ ਸ਼ਰਾਬ ਦੀਆਂ ਲਿਆਂਦਾ ਸੀ, ਕਹਿੰਦਾ ਪੇਟੀ ਪੀ ਜਾਂਦੇ ਸੀ। ਇਹ ਮਾਣ ਦੀ ਗੱਲ ਨਹੀਂ ਆ, ਇਹ ਤਾਂ ਲਾਨਤ ਦੀ ਗੱਲ ਹੈ। ਮਾਣ ਦੀ ਗੱਲ ਇਹ ਆ ਕਿ ਅੱਜ ਅਸੀਂ ਦੁਆ ਕਰਦੇ ਹਾਂ ਤਾਂ ਰਾਤ ਨੂੰ ਟਾਈਮ ਤੇ ਨੀਂਦ ਆਉਂਦੀ ਤੇ ਵਧੀਆ ਰੋਟੀ ਖਾਂਦੇ, ਰੱਬ ਦਾ ਸ਼ੁਕਰ ਕਰਦੇ ਹਾਂ। ਹਾਲੇਲੂਇਆ, ਧੰਨਵਾਦ ਕਰਦੇ ਹਾਂ ਪਰਮੇਸ਼ਰ ਦਾ। ਕਹਿੰਦਾ ਧਨੀ ਤੇ ਨਿਰਧਨ, ਕਹਿੰਦਾ ਜੇ ਕੋਈ ਧਨੀ ਹੋ ਜਾਵੇ ਤਾਂ ਕਹਿੰਦਾ ਤੂੰ ਚਿੰਤਾ ਨਾ ਕਰੀ ਤੇ ਮਾਣ ਨਾ ਕਰੀ, ਕਹਿੰਦਾ ਕਿ ਮਰ ਕੇ ਕੁਝ ਵੀ ਨਾਲ ਲੈ ਕੇ ਨਹੀਂ ਜਾਏਗਾ। ਉਹ ਤਾਂ ਮਿੱਥਿਆ ਚੀਜ਼ਾਂ ਪਿੱਛੇ ਸੱਚੇ ਰੱਬ ਨੂੰ, ਸੱਚੇ ਖੁਦਾ ਨੂੰ, ਸੱਚੀ ਜਗ੍ਹਾ ਨੂੰ ਭੁੱਲੀ ਬੈਠੇ ਆ।
ਹਾਲੇਲੂਇਆ। ਜਦ ਪਰਮੇਸ਼ਰ ਨੇ ਤੁਹਾਨੂੰ ਬੁਲਾ ਲਿਆ ਵਾ ਤਾਂ ਯੋਗ ਬਣੋ, ਅਯੋਗ ਨਾ ਬਣੋ। ਅਗਰ ਤੁਸੀਂ ਹਲ ਤੇ ਹੱਥ ਰੱਖ ਕੇ ਪਿੱਛੇ ਦੇਖਦੇ ਹੋ ਤਾਂ ਪਰਮੇਸ਼ਰ ਤੁਹਾਨੂੰ ਅਯੋਗ ਸਮਝੇਗਾ। ਜਿਸ ਤਰ੍ਹਾਂ ਪਰਮੇਸ਼ਰ ਨੇ ਇਜ਼ਰਾਈਲੀਆਂ ਨੂੰ ਅਯੋਗ ਸਮਝਿਆ ਸੀ, ਕਹਿੰਦਾ ਉਹ ਜੰਗਲਾਂ ਦੇ ਵਿੱਚ ਹੀ ਮਰ ਗਏ ਤੇ ਉਹਨਾਂ ਦੀ ਕੌਮ ਦੇ ਵਿੱਚੋਂ ਕੋਈ ਵੀ ਉਸ ਵਾਅਦੇ ਦੀ ਜ਼ਮੀਨ ਦੇ ਉੱਤੇ ਜਾ ਨਹੀਂ ਸਕਿਆ। ਅਗਰ ਤੁਸੀਂ ਸੱਚਮੁੱਚ ਭੈਣੋ ਭਾਈਓ ਪਰਮੇਸ਼ਰ ਨੂੰ ਪਿਆਰ ਕਰਦੇ ਹੋ ਤੇ ਤੁਸੀਂ ਯੋਗ ਪਰਮੇਸ਼ਰ ਦੇ, ਜੇ ਤੁਹਾਨੂੰ ਪਰਮੇਸ਼ਰ ਯੋਗ ਸਮਝੇਗਾ ਤਾਂ ਤੁਸੀਂ ਉਸ ਨਵੇਂ ਯਰੂਸ਼ਲਮ ਦੇ ਵਿੱਚ ਪ੍ਰਵੇਸ਼ ਕਰੋਗੇ ਜੋ ਵਾਅਦੇ ਦੀ ਜ਼ਮੀਨ ਆ, ਜਿੱਥੇ ਦੁੱਧ ਤੇ ਮਧੂ ਦੀਆਂ ਧਾਰਾਵਾਂ ਵਹਿੰਦੀਆਂ ਨੇ, ਜਿੱਥੇ ਕਿ ਸੂਰਜ ਤੇ ਚੰਨ ਦਾ ਪ੍ਰਕਾਸ਼ ਨਹੀਂ ਪਰ ਜਿਉਂਦੇ ਰੱਬ ਦਾ ਪ੍ਰਕਾਸ਼ ਆ। ਹਾਲੇਲੂਇਆ, ਹਾਲੇਲੂਇਆ। ਇਹ ਯੋਗ ਬਣਨ ਦੀਆਂ ਬਰਕਤਾਂ ਨੇ। ਇਸ ਲਈ ਮੇਰੇ ਭੈਣੋ ਭਾਈਓ ਖੁਦਾ ਦਾ ਕਲਾਮ ਕਹਿੰਦਾ ਹੈ ਕਿ ਲੂਕਾ 9:12 ਦੇ ਵਿੱਚ ਜਿਹੜਾ ਹਲ ਦੇ ਉੱਤੇ ਹੱਥ ਰੱਖ ਕੇ ਪਿੱਛੇ ਦੇਖਦਾ ਵਾ ਉਹ ਮੇਰੇ ਯੋਗ ਨਹੀਂ ਆ। ਇਸ ਲਈ ਤੁਹਾਨੂੰ ਪਰਮੇਸ਼ਰ ਦੀ ਸਾਮਰਥ, ਤੁਹਾਨੂੰ ਪਰਮੇਸ਼ਰ ਤੋਂ ਸਾਮਰਥ, ਖੁਦਾ ਤੋਂ ਬਲ ਮੰਗਣਾ ਚਾਹੀਦਾ ਵਾ। ਉਹ ਤੁਹਾਨੂੰ ਇਸ ਯੋਗ ਬਣਾ ਦੇਗਾ। ਪਰਮੇਸ਼ਰ ਤੁਹਾਨੂੰ ਸਾਮਰਥ ਦੇਗਾ। ਤੁਹਾਨੂੰ ਪ੍ਰਾਰਥਨਾ ਦੇ ਵਿੱਚ ਕਹਿਣਾ ਵਾ ਕਿ हे ਪਰਮੇਸ਼ਰ ਸਾਨੂੰ ਅਯੋਗ ਨਹੀਂ, ਸਾਨੂੰ ਯੋਗ। ਹਾਲੇਲੂਇਆ। ਲਿਖਿਆ ਵਾ ਦੂਸਰਾ ਕਰੰਥੀਆਂ 3 ਅਧਿਆਇ ਉਹਦੀ 5 ਆਇਤ ਦੇ ਵਿੱਚ ਆਪਾਂ ਪੜਾਂਗੇ। ਲਿਖਿਆ ਵਾ यह नहीं कि हम अपने आप से योग्य हैं, ਅਸੀਂ ਆਪਣੇ ਬਲ ਦੇ ਕਾਰਨ ਨਹੀਂ। ਦੂਸਰਾ ਕਰੰਥੀਆਂ 3 ਅਧਿਆਇ ਉਹਦੀ 5 ਆਇਤ ਵਿੱਚ ਆਪਣੇ ਬਲ ਦੇ ਕਾਰਨ ਨਹੀਂ ਕਿ ਅਸੀਂ ਬਹੁਤ ਰੋਜ਼ੇ ਰੱਖਦੇ ਹਾਂ, ਅਸੀਂ ਬਹੁਤ ਦਾਨ ਦਿੰਦੇ ਹਾਂ, ਅਸੀਂ ਬਹੁਤ ਧਰਮੀ ਹਾਂ ਆਪਣੀ ਨਿਗਾਹ ਦੇ ਵਿੱਚ। पढ़ांगे एक बार इस वर्ष ਨੂੰ दूसरा ग्रंथियां 3 अध्याय ਉਹਦੀ 5 आयत ਨੂੰ। ये नहीं कि हम अपने आप से इस योग्य हैं कि अपनी ओर से किसी बात का विचार कर सकें, पर हमारी योग्यता परमेश्वर की ओर से है। कहता ਅਸੀਂ ਇਸ ਯੋਗ ਨਹੀਂ ਆ ਕਿ ਅਸੀਂ ਆਪਣੇ ਤਰੀਕੇ ਨਾਲ ਕਿਸੇ ਗੱਲ ਦਾ ਵਿਚਾਰ ਕਰ ਸਕੀਏ, ਅਸੀਂ ਕਿਸੇ ਗੱਲ ਦਾ ਅਨੁਮਾਨ ਲਾ ਸਕੀਏ, ਪਰ ਸਾਡੀ ਕੀ ਆ, पर हमारी योग्यता परमेश्वर की ओर से है। पर हमारी योग्यता परमेश्वर की ओर से है। हालेलुया। ਤੁਹਾਨੂੰ ਪਰਮੇਸ਼ਰ ਤੋਂ ਸਾਮਰਥ ਮੰਗਣੀ ਪਏਗੀ, ਆਪਣੇ ਕਰਕੇ ਨਹੀਂ, ਆਪਣੇ ਚੰਗੇ ਕੰਮਾਂ ਕਰਕੇ ਨਹੀਂ, ਪਰ ਸਾਡੀ ਯੋਗਤਾ ਪਰਮੇਸ਼ਰ ਦੇ ਵੱਲੋਂ ਦੀ ਆ। ਸਾਡੀ ਨਿਯੁਕਤੀ, ਸਾਡਾ ਜਿਹੜਾ ਨਿਯੁਕਤ ਕਰ ਦੇਣਾ, ਸਾਡੀ ਜਿਹੜਾ ਸਾਨੂੰ ਜਿਹੜਾ ਯੋਗ ਬਣਾ ਦੇਣਾ, ਸਾਡੀ ਜਿਹੜੀ ਬਰਕਤ ਵਾ, ਸਾਡਾ ਜੋ ਖੁਦਾਵੰਦ ਦੇ ਕੋਲ ਜਾਣ ਦਾ ਰਾਹ ਵਾ, ਉਹ ਪਰਮੇਸ਼ਰ ਦੇ ਵੱਲੋਂ ਦੀ ਨਿਯੁਕਤ ਵਾ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ। ਜਦੋਂ एक बार फिर तो पढ़ांगे इसी वर्ष ਨੂੰ ਆਪਾਂ। ये नहीं कि हम अपने आप से इस योग्य हैं कि अपनी ओर से किसी बात का विचार कर सकें, हाँ, पर हमारी योग्यता परमेश्वर की ओर से। पर साडी योग्यता ਜਿਹੜੀ ਆ ਕਿਧਰੋਂ ਦੀ ਆ, ਪਰਮੇਸ਼ਰ ਦੇ ਵੱਲੋਂ ਆ। ਜਦ ਭੈਣੋ ਭਾਈਓ ਸਾਡੀ ਯੋਗਤਾ ਪਰਮੇਸ਼ਰ ਵੱਲੋਂ ਆ, ਸਾਡੀ ਨਿਯੁਕਤੀ ਤੇ ਸਾਡੀ ਸਾਡਾ ਜਿਹੜਾ ਚੱਲਣਾ ਫਿਰਨਾ ਪਰਮੇਸ਼ਰ ਵੱਲੋਂ ਦੀ ਆ, ਤੇ ਸਾਡਾ ਰਾਹ ਦੇ ਉੱਤੇ, ਸਵਰਗ ਦੇ ਰਾਹ ਦੇ ਉੱਪਰ ਜਾਣਾ ਕਿ ਸਾਡਾ ਖੁਦਾ ਦੇ ਵੱਲੋਂ ਦੀ ਆ। ਪਰ ਉਹਦੇ ਵਾਸਤੇ ਸਾਨੂੰ ਕੀ ਕਰਨਾ ਪਏਗਾ, ਹੋਰ ਸਾਨੂੰ ਆਪਣੇ ਚਾਲ ਚਲਨ ਦੇ ਉੱਤੇ ਚੌਕਸੀ ਰੱਖਣੀ ਪੈਣੀ। ਸਾਨੂੰ ਉਸ ਤਰ੍ਹਾਂ ਚੱਲਣਾ ਪਏਗਾ ਜਿਹੜਾ ਚਾਲ ਚਲਨ ਕਹਿੰਦਾ ਪਰਮੇਸ਼ਰ ਕਹਿੰਦਾ ਮੇਰੇ ਯੋਗ ਨਹੀਂ ਆ, ਮੇਰੇ ਅਨੁਸਾਰ ਨਹੀਂ ਆ, ਉਹ ਵੀ ਮੇਰੇ ਯੋਗ ਆ ਨਹੀਂ ਆ। ਇੱਦਾਂ ਨਾ ਹੋਵੇ ਕਿ ਪਰਮੇਸ਼ਰ ਅਯੋਗ ਸਮਝ ਲਵੇ। ਹਾਲੇਲੂਇਆ। ਪਰਮੇਸ਼ਰ ਦਾਊਦ ਨੂੰ ਯੋਗ ਸਮਝਦਾ, ਉਹਦੇ ਭਰਾਵਾਂ ਨੂੰ ਯੋਗ ਨਹੀਂ ਸਮਝਦਾ। ਕਾਲਬ ਤੇ ਯਹੋਸ਼ੂਆ ਨੂੰ ਯੋਗ ਸਮਝਦਾ ਵਾ, ਬਾਕੀ ਦੀ ਪੀੜ੍ਹੀ ਨੂੰ ਯੋਗ ਨਹੀਂ ਸਮਝਦਾ। ਇਸੇ ਤਰ੍ਹਾਂ ਪਰਮੇਸ਼ਰ ਨੂੰ ਕਹਿੰਦਾ ਹੈ ਕਿ ਸਾਡੀ ਜਿਹੜੀ ਯੋਗਤਾ ਉਹ ਪਰਮੇਸ਼ਰ ਵੱਲੋਂ ਆ। ਜੇ ਪਰਮੇਸ਼ਰ ਵੱਲੋਂ ਆ ਤਾਂ ਸਾਨੂੰ ਕੀ ਕਰਨਾ ਪਏਗਾ, ਜਿਹੜੇ ਉਹਦੇ ਚੁਣੇ ਹੋਏ ਆ, ਉਹਦੇ ਬੁਲਾਏ ਹੋਏ ਲੋਕ ਨੇ, ਆਪਾਂ ਸਭ ਲੋਕ ਆ, ਆਪਾਂ ਨੂੰ ਚੌਕਸੀ ਦੇ ਨਾਲ ਚੱਲਣਾ ਪਏਗਾ। ਦਾਨਿਆਂ ਵਾਂਗ, ਅਣਜਾਣਿਆਂ ਵਾਂਗ ਨਹੀਂ ਕਿ ਕਦੀ ਪਾਪ ਹੋ ਗਿਆ, ਉਹ ਅੱਜ ਪਾਪ ਹੋ ਗਿਆ ਆਪਾਂ ਸਵੇਰੇ ਤੋਬਾ ਕਰ ਲਵਾਂਗੇ, ਨਹੀਂ। ਕਹਿੰਦਾ ਇੱਕ ਵਾਰੀ ਕੰਨਾਂ ਨੂੰ ਹੱਥ ਲਾ ਲੈ, ਤੋਬਾ ਨਹੀਂ ਚੰਗੀ ਬਾਰ-ਬਾਰ ਦੀ। ਚੌਕਸੀ ਰੱਖਣੀ ਪੈਣੀ ਆ ਕਿ ਬਾਰ-ਬਾਰ ਪਾਪ, ਬਾਰ-ਬਾਰ ਗੁਨਾਹ ਨਾ ਕੀਤੇ ਜਾਣ। ਲਿਖਿਆ ਜਦੋਂ ਸਾਨੂੰ ਪਰਮੇਸ਼ਰ ਨੇ ਚੁਣ ਲਿਆ, ਸਾਨੂੰ ਯੋਗ ਬਣਾ ਲਿਆ, ਸਾਨੂੰ ਚੌਕਸੀ ਰੱਖਣੀ ਪੈਣੀ ਆ ਆਪਣੇ ਚਾਲ ਚਲਣ ਦੇ ਉੱਤੇ, ਆਪਣੇ ਆਤਮਿਕ ਜੀਵਨ ਦੇ ਉੱਤੇ, ਕਿ ਅਸੀਂ ਵਚਨ ਕਿਸੇ ਤਰੀਕੇ ਵੀ ਤੋੜੀਏ ਨਾ। ਹਾਲੇਲੂਇਆ। ਕਿਸੇ ਤਰੀਕੇ ਵੀ ਤੋੜੀਏ ਨਾ। ਜੇ ਵਚਨ ਟੁੱਟ ਗਿਆ ਤਾਂ ਤੁਸੀਂ ਚਾਹੇ ਯੋਗ ਵੀ ਹੋ ਤਾਂ ਪਰਮੇਸ਼ਰ ਉਸੇ ਵਕਤ ਕਹਿ ਦੇਗਾ ਕਿ ਮੈਂ ਤੈਨੂੰ ਚੁਣਿਆ ਤਾਂ ਸੀ, ਤੂੰ ਯੋਗ ਤਾਂ ਬਣ ਗਿਆ ਸੀ, ਪਰ ਅੱਜ ਜਦ ਤੂੰ ਵਚਨ ਤੋੜ ਦਿੱਤਾ ਵਾ, ਤੂੰ ਯੋਗ ਆ। ਅਬ ਖੁਦਾਵੰਦ ਦਾ ਕਲਾਮ ਕਹਿੰਦਾ ਹੈ ਕਿ ਅਸੀਂ ਇੱਕ ਵੀ ਗੁਨਾਹ ਲੈ ਕੇ ਪਰਮੇਸ਼ਰ ਦੇ ਘਰ ਜਾ ਨਹੀਂ ਸਕਦੇ। ਯਾਦ ਰੱਖੋ ਦਾਊਦ ਚੁਣਿਆ ਗਿਆ, ਉਹ ਯੋਗ ਸੀ। ਉਹਦੇ ਅੰਦਰ ਜਦੋਂ ਉਹਦੀ ਚੌਕਸੀ ਥੋੜੀ ਜਿਹੀ ਹਟ ਗਈ, ਚੌਕਸੀ ਉਹਨੇ ਹਟਾ ਦਿੱਤੀ, ਤਾਂ ਉਹ ਲਿਖਿਆ ਕਿ ਉਹ ਆਪਣੇ ਮਹਿਲ ਦੀ ਛੱਤ ਦੇ ਉੱਤੇ ਉਹ ਟਹਿਲਦਾ ਪਿਆ ਸੀ ਤੇ ਉਸਨੇ ਭਾਈ ਇਸਤਰੀ ਨੂੰ ਦੇਖਿਆ। ਸ਼ੈਤਾਨ ਉਸੇ ਵਕਤ ਅਟੈਕ ਉਹਦੇ ਉੱਤੇ ਕਰਨ ਆਇਆ ਜਦੋਂ ਉਹਨੇ ਦੇਖਿਆ ਕਿ ਮੇਰਾ ਮਹਿਲ
ਹੁਣ ਬਣ ਗਿਆ, ਮੈਂ ਇੱਕ ਬਾਦਸ਼ਾਹ ਬਣ ਗਿਆ। ਜਦੋਂ ਗੜ੍ਹਾਂ ਦੇ ਵਿੱਚ ਰਹਿੰਦਾ ਸੀਗਾ ਤਾਂ ਉਸ ਟਾਈਮ ਪਾਪ ਨਹੀਂ ਹੋਇਆ। ਜਦੋਂ ਉਹ ਇੱਕ ਪੋਜੀਸ਼ਨ ਤੇ ਆ ਗਿਆ ਤਾਂ ਸ਼ੈਤਾਨ ਨੇ ਉਹਦੇ ਮਨ ਨੂੰ ਇੱਕ ਥੱਪੜ ਮਾਰ ਦਿੱਤਾ। ਜਦੋਂ ਉਹਨੇ ਮਹਿਲ ਦੀ ਛੱਤ ਤੋਂ ਦੇਖਿਆ ਤਾਂ ਉਸਨੇ ਆਪਣੇ ਸੈਨਾਪਤੀ ਦੀ ਪਤਨੀ ਨੂੰ ਦੇਖ ਲਿੱਤਾ। ਉਹ ਇੱਕੋ ਹੀ ਗੁਨਾਹ ਦੇ ਕਰਕੇ ਉਹਦੀ ਚੌਕਸੀ ਹਟੀ ਤਾਂ ਉਸੇ ਵਕਤ ਉਸ ਨੂੰ ਖਮਿਆਜ਼ਾ ਭੁਗਤਣਾ ਪਿਆ। ਖੁਦਾ ਨੇ ਆਪਣੇ ਨਬੀ ਨਾਤਨ ਨੂੰ ਉਸੇ ਵਕਤ ਭੇਜਿਆ। ਸ਼ੈਤਾਨ ਨੂੰ ਕਹਿੰਦਾ ਜਾ ਕੇ ਮੈਸੇਜ ਦੇ ਕੇ ਆ। ਉਹ ਆਪਣੇ ਸੈਨਾਪਤੀ ਦੀ ਪਤਨੀ ਨਹੀਂ ਬਲਕਿ ਇੱਕ ਗਰੀਬ ਦੀ ਭੇਡ ਜਿਹੜੀ ਆ ਨਾ ਉਹਨੇ ਮਾਰ ਦਿੱਤੀ ਆ। ਚੌਕਸੀ ਹਟ ਗਈ। ਜਦ ਪਰਮੇਸ਼ਰ ਆਪਾਂ ਨੂੰ ਯੋਗ ਸਮਝ ਲਏ ਤਾਂ ਆਪਾਂ ਨੂੰ ਪ੍ਰਾਊਡ ਨਹੀਂ ਚਾਹੀਦਾ, ਆਪਾਂ ਨੂੰ ਹੋਰ ਵੀ ਜ਼ਿਆਦਾ ਚੁਕੰਨਾ ਹੋਣਾ ਚਾਹੀਦਾ, ਕਿਉਂਕਿ ਪਰਮੇਸ਼ਰ ਸਾਡੇ ਨਾਲ ਚੱਲਦਾ ਪਿਆ ਵਾ। ਹਾਲੇਲੂਇਆ। ਅਸੀਂ ਉਹਨੂੰ ਕਿਸੇ ਵੀ ਤਰੀਕੇ ਨਾਲ ਸ਼ੌਕਿਤ ਨਹੀਂ ਕਰ ਸਕਦੇ। ਵਚਨ ਨੂੰ ਤੋੜਨਾ ਨਹੀਂ ਆ, ਸਗੋਂ ਵਚਨ ਦੇ ਵਿੱਚ ਹੋਰ ਜ਼ਿਆਦਾ ਮਜ਼ਬੂਤ ਹੋ ਜਾਣਾ ਵਾ। ਹਾਲੇਲੂਇਆ। ਜਦੋਂ ਆਪਾਂ ਦੇਖਦੇ ਹਾਂ ਕੁਲਸੀਆਂ ਦੀ ਕਿਤਾਬ ਦੀ ਪੱਤਰੀ 1 ਅਧਿਆਏ ਉਹਦੀ 10 ਆਇਤ ਦੇ ਵਿੱਚ ਆਪਾਂ ਦੇਖਦੇ ਹਾਂ ਖੁਦਾ ਦਾ ਵਚਨ ਸਾਨੂੰ ਕੀ ਸਮਝਾ ਰਿਹਾ ਵਾ। कुलसियां दी पत्री 1 अध्याय कोई 10 आयत। ताकि तुम्हारा चाल चलन प्रभु के योग्य हो, ताकि तुहाडा चाल चलन प्रभु दे योग होवे और वो सब प्रकार से प्रसन्न हो ते ओ सारियां पासों सारियां गल्लां चों खुश होवे और तुम में हर प्रकार के भले कामों का फल लगे ते तुहाडे विच सारे चंगे कामां दा फल भी लगे और तुम परमेश्वर की पहचान में बढ़ते कि तुसी रब दी पहचान दे विच वधदे जाओ। तुहानू चुकन्ने रहना वा कि तुसी योग समझ लिया गए हो, प्राउड दे विच नहीं बल्कि नेचर दे नाल नीवें होके परमेश्वर दे विच तुहानू फल भी आण। ओ फल भी इदां दे होण जिहड़े कि हंबलता दे होण, माफी दा फल होवे, जिहड़ा कि सच्चाई दा फल होवे, जिहड़ा ईर्खा बैर भाव तो दूर रहण दा फल होवे। तुहाडे अंदर फल भी आण। चौकसी करनी आ ते योग हो गए, बरकतां मिल गईयां, सब कुछ। हाँ जी, सब कुछ रब ने जमीन दी बरकतां भी देतियां, स्वर्ग दियां भी देतियां, तां मान नहीं करना। तां दाऊद नूं याद करना, एक ही गलती ओनू, एक ही निर्दोष का लहू बहाया सी तां खुदा ने की किया, तू मेरा घर नहीं बना सकता क्योंकि तू लहू बहाया वा। हालेलुया। ते लिखिया दाऊद की जिंदगी च सिर्फ इको ही गलती सी, इको ही पाप होया ते उन्हें उस वक्त माफ़ी भी मंग लई, माफ़ी भी मंग लई। पर अज जिथे जिथे भी इस गल का प्रचार होंदा कि दाऊद का बल, दाऊद का योग हो जाना, दाऊद का गोलीअत ते फतेह हासिल करना, ते नाल इस गल का प्रचार भी होंदा भी किस तरह जो थोड़ी जी चौकसी उस चुने हुए तो माड़ी हटी परमेश्वर के मन का अनुसार ही सी, जिथे ही चौकसी हट गई उस वक्त दुर्घटना घट गई। हालेलुया। कहता कि बंदे के विनाश तो पहला की आंदा, प्राउड आ जाता उहदे अंदर। जो तुसी सक्सैस आओगे, तुहानू विजन आ रहे होंगे, तुसी जो कहोगे वो हो जाएगा। प्रॉफसी करोगे, चंगा वचन सुना लोगे, चंगे गीत सुनाओगे, चंगी प्रार्थना करोगे, चंगे सवेरे उठ के दुआवां दे विच जिंदगी बतीत करने वाले होंगे, उस वक्त शैतान तुहानू ईमान दे विच गिरा देने लई और इगोइस्ट खड़ा हो जाएगा। जब दाऊद गढ़ा च सी उदों नहीं खड़ा होया, जदों उन्हें संदूक परमेश्वर का वाचा का संदूक ले आया, हैकल तैयार कर ली, अपना महल बना लिया, अपने महल की छत के उत्ते टहल रहा, शैतान उस वक्त उसके मन नूं भड़काउण दे लई आ गया। चौकसी रखनी है। एक बार फिर तो इस वर्ष में पढ़ांगे, ताकि तुम्हारा चाल चलन तुम्हारा प्रभु के योग्य हो, तुम्हारा चाल चलन प्रभु के योग्य हो। मतलब इतना का कुछ है अपने चाल चलन च हो जाता कि असी परमेश्वर की निगाह च अयोग हो जाने हैं। वो अडल्टी करना, वो झूठ बोलना, वो गाली गलोच करना, वो गंद देखना, गंद बकना सानू छोटा लगन लग पैंदा वा, तो उस टाइम असी अयोग हो जाने। ये आपां नूं चौकस, ये रैड डॉट है, एक रैड साइन है, ताकि तुहाडा चाल चलन प्रभु दे योग हो जाए। ते प्रभु दे योग नहीं तो अयोग है। दोहरी धार्मिकता, दो तरह का पानी एक सोते चो आ नहीं सकता, एक म्यान च दो तलवारां रह नहीं सकदियां, इधरों दुआ इधरों शराब रह नहीं सकते। जां तां वो मिठा चलेगा, जां वो खट्टा चलेगा, या खारा चलेगा या मिठा चलेगा पानी। तो वो कहते चौकसी रखने की लोड़ हो जाती उस टाइम जब तुसी परमेश्वर के योग हो जाते हो, तो तुहानू फल भी आण, ते लोकी देखणगे, तुहानू कहणगे वाकया भी ये बंदा परमेश्वर के योग आ, ये रब का बंदा वा, ये नबी आ, ये चंगा प्रचारक है। ये नहीं कि जो प्रचार करके उतरे तो जिंदगी उसकी आम हो गई, नहीं। चर्च के विच हो रहा, बाहर हो रहा, नहीं।
ਯੋਗ ਹੋ ਗਏ ਤਾਂ ਚੌਕਸੀ ਵਧਾ ਦਿਓ। जो ਤੁਹਾਡੀ ਮਹਿਮਾ ਹੋਣ ਲੱਗ ਜਾਏ, ਪਰਮੇਸ਼ਰ ਤੁਹਾਡਾ ਨਾਮ ਦੁਨੀਆ 'ਚ ਫੈਲਾਉਣ ਲੱਗ ਜਾਵੇ, ਤਾਂ ਉਸ ਟਾਈਮ ਤੁਹਾਨੂੰ ਹੋਰ ਵੀ ਜ਼ਿਆਦਾ ਨਮਰ ਹੋ ਜਾਣਾ ਚਾਹੀਦਾ। ਘਮੰਡ ਨਹੀਂ, ਨਮਰ ਹੋ ਜਾਓ ਉਸ ਟਾਈਮ ਹੋਰ ਜ਼ਿਆਦਾ। ਹਾਲੇਲੂਇਆ, ਹਾਲੇਲੂਇਆ। ਤਾਂ ਕਿ ਤੁਹਾਡਾ ਜਿਹੜਾ ਚਾਲ ਚੱਲਣ ਹੈ ਉਹ ਪ੍ਰਭੂ ਦੇ ਯੋਗ ਹੋ ਜਾਵੇ। ਤਦ ਪ੍ਰਭੂ ਤੁਹਾਨੂੰ ਵਿਸ਼ਵਾਸ ਦੇ ਯੋਗ ਸਮਝ ਕੇ ਕੀ ਕਰੇਗਾ? ਤੁਹਾਨੂੰ ਸੇਵਾ ਦੇ ਦੇਗਾ ਆਪਣੀ। ਫਿਰ ਤੁਹਾਨੂੰ ਸੇਵਾ ਦੇਗਾ, ਤੁਹਾਨੂੰ ਫਿਰ ਕਹੇਗਾ ਜਾਓ ਜਾ ਕੇ ਮੇਰਾ ਕਲਾਮ, ਮੇਰੀ ਗਵਾਹੀ, ਮੇਰਾ ਪ੍ਰਚਾਰ ਕਰੋ। ਫਿਰ ਤੁਹਾਨੂੰ ਸੇਵਾ ਦੇਗਾ ਪਰਮੇਸ਼ਰ ਜਦੋਂ ਤੁਸੀਂ ਯੋਗ ਹੋ ਜਾਓਗੇ। ਜਦੋਂ ਦਾਊਦ ਯੋਗ ਹੋ ਗਿਆ ਤਾਂ ਫਿਰ ਪਰਮੇਸ਼ਰ ਨੇ ਕਿਹਾ ਵੀ ਜਾ ਕੇ ਹੁਣ ਗੋਲੀਅਤ ਦਾ ਸਿਰ ਲਾ ਦੇ। ਚੁਣ ਲਿੱਤਾ, ਬੁਲਾ ਲਿੱਤਾ, ਯੋਗ ਹੋ ਗਿਆ, ਫਿਰ ਉਹਨੂੰ ਇਸਤੇਮਾਲ ਕੀਤਾ। ਸ਼ਾਉਲ ਨੂੰ ਪਰਮੇਸ਼ਰ ਨੇ ਦਾਊਦ ਤੋਂ ਪਹਿਲਾਂ ਜੋ ਰਾਜਾ ਸੀਗਾ ਉਸ ਨੂੰ ਚੁਣਿਆ। ਉਹ ਸੋਹਣਾ ਸੀਗਾ, ਉਹ ਉੱਚਾ ਲੰਬਾ ਸੀਗਾ, ਸਾਰਿਆਂ ਤੋਂ ਸੋਹਣਾ ਸੀਗਾ, ਸਾਰੇ ਰਾਜਿਆਂ ਤੋਂ ਸੋਹਣਾ ਰਾਜਾ ਸ਼ਾਉਲ ਸੀਗਾ। ਸ਼ਾਉਲ ਦਾ ਰੰਗ ਰੂਪ ਬਹੁਤ ਜ਼ਬਰਦਸਤ ਸੀਗਾ, ਸੋਹਣਾ ਬਹੁਤ ਸੀਗਾ ਉਹ। ਪਰਮੇਸ਼ਰ ਨੇ ਉਸ ਨੂੰ ਚੁਣਿਆ, ਲੋਕਾਂ ਦੇ ਕਹਿਣ ਦੇ ਉੱਤੇ ਉਸ ਨੂੰ ਚੁਣਾਵ ਕਰਕੇ ਉਸ ਨੂੰ ਨਿਯੁਕਤ ਕੀਤਾ। ਪਰ ਜਦੋਂ ਉਸਨੇ ਆਪਣੀ ਚੌਕਸੀ ਨਹੀਂ ਕੀਤੀ, ਜਦੋਂ ਉਸਨੇ ਆਗਿਆ ਨੂੰ ਟਾਲ ਦਿੱਤਾ, ਜਿਸ ਕੰਮ ਲਈ ਪਰਮੇਸ਼ਰ ਨੇ ਬੁਲਾਇਆ ਸੀ ਉਸ ਕੰਮ ਤੋਂ ਹਟ ਕੇ ਦੂਸਰਾ ਕੰਮ ਕੀਤਾ। ਰਾਜਾ ਹੋਣ ਦੇ ਲਈ ਚੁਣਾਵ ਕਰ ਰਿਹਾ ਪਰਮੇਸ਼ਰ, ਤੇ ਉਹ ਕੀ ਕਰਦਾ ਪਿਆ? ਜਾ ਕੇ ਉਹ ਬਲੀਦਾਨ ਚੜਾ ਰਿਹਾ ਵਾ, ਜੋ ਕਿ ਸੈਮੂਅਲ ਦਾ ਕੰਮ ਸੀਗਾ। ਸੈਮੂਅਲ ਨੇ ਕਿਹਾ ਤੂੰ ਇਹ ਕੀ ਕੀਤਾ? ਉਹਨੇ ਕੀ ਕਿਹਾ? ਕਹਿੰਦਾ ਤੇਰੇ ਆਉਣ 'ਚ ਦੇਰ ਸੀ, ਲੋਕੀ ਮੇਰੇ ਕੋਲ ਕਿਤੇ ਚਲੇ ਨਾ ਜਾਣ, ਭੀੜ ਕਿਤੇ ਘੱਟ ਨਾ ਜਾਵੇ, ਤਾਂ ਮੈਂ ਕੁਸੜ ਦੇ ਵਿੱਚ ਪ੍ਰਚਾਰ ਜਲਦੀ ਸ਼ੁਰੂ ਕਰ ਦਿੱਤਾ। ਹਾਲੇਲੂਇਆ। ਪ੍ਰਭੂ ਦੇ ਆਉਣ ਦੀ ਵੇਟ ਹੀ ਨਹੀਂ ਕੀਤੀ। ਉਹ ਕਹਿੰਦਾ ਇਹ ਜੇ ਤੂੰ ਨਾ ਕਰਦਾ ਨਾ ਤਾਂ ਪ੍ਰਭੂ ਤੇਰਾ ਰਾਜ ਹਮੇਸ਼ਾ ਸਥਾਪਿਤ ਰੱਖਦਾ। ਤੈਨੂੰ ਪ੍ਰਭੂ ਨੇ ਅਯੋਗ ਸਮਝਿਆ। ਕਹਿੰਦਾ ਪ੍ਰਭੂ ਦਾ ਮੈਸੇਜ ਮੇਰੇ ਕੋਲ ਆਇਆ, ਕਹਿੰਦਾ ਮੈਂ ਸ਼ਾਉਲ ਨੂੰ ਰਾਜਾ ਬਣਾ ਕੇ ਪਛਤਾਉਂਦਾ ਪਿਆ। ਗੱਦੀ ਦੇ ਦਿੱਤੀ, ਬਰਕਤ ਦੇਤੀ, ਰਾਜ ਤਿਲਕ ਹੋ ਗਿਆ, ਘੋਸ਼ਣਾ ਹੋ ਗਈ, ਨਗਾੜੇ ਵੱਜ ਗਏ, ਬਿਗਲ ਵੱਜ ਗਿਆ ਕਿ ਸ਼ਾਉਲ ਰਾਜਾ ਵਾ। ਪਰ ਜਿੱਥੇ ਹੀ ਉਹਨੇ ਪਰਮੇਸ਼ਰ ਦੀ ਇੱਛਾ ਤੋਂ ਪਲਟ ਕੇ ਕੰਮ ਕੀਤਾ, ਉਹ ਯੋਗ ਬੰਦਾ ਅਯੋਗ ਹੋ ਗਿਆ। ਚੌਕਸੀ ਨਹੀਂ ਕੀਤੀ। ਤੇ ਤੁਸੀਂ ਵੀ ਭੈਣੋ ਭਾਈਓ ਆਪਣੇ ਤੇ ਕਦੀ ਪ੍ਰਾਊਡ ਨਾ ਕਰਿਓ। ਤੇ ਪਰਮੇਸ਼ਰ ਤੁਹਾਨੂੰ ਵਿਜ਼ਨ ਦੇ ਰਿਹਾ ਵਾ, ਤੁਹਾਨੂੰ ਗੀਤਾਂ ਦੀ ਆਸ਼ੀਸ਼ ਦੇ ਰਿਹਾ, ਤੁਹਾਨੂੰ ਕਲਾਮ ਦੀ ਆਸ਼ੀਸ਼ ਦੇ ਰਿਹਾ ਵਾ, ਤੁਹਾਨੂੰ ਦੁਨੀਆ ਦੇ ਵਿੱਚ, ਤੁਹਾਨੂੰ ਕਲਾਮ ਦੇ ਵਿੱਚ ਤੁਹਾਨੂੰ ਵਧਾਉਂਦਾ ਪਿਆ ਵਾ, ਤਾਂ ਯਾਦ ਰੱਖਿਓ ਮੇਰੀ ਗੱਲ, ਇੱਥੇ ਹੀ ਰੈੱਡ ਡਾਟ ਹੈ। ਹੁਣ ਤੁਹਾਨੂੰ ਹੋਰ ਵੀ ਜ਼ਿਆਦਾ ਨੀਵੇਂ ਹੋਣਾ ਪੈਣਾ। ਜਦ ਤੁਹਾਨੂੰ ਪਰਮੇਸ਼ਰ ਪਾਸਟਰ ਬਣਾ ਦੇ, ਸਿੰਗਰ ਬਣਾ ਦੇ, ਬਿਸ਼ਪ ਬਣਾ ਦੇ, ਯਾਦ ਰੱਖ ਲਿਓ ਫਿਰ ਬਿਸ਼ਪ ਦਾ ਮਤਲਬ ਵੀ ਇਹੀ ਹੁੰਦਾ ਕਿ ਸਭ ਦਾ ਦਾਸ। ਉਹਦਾ ਕਾਲਰ ਜ਼ਿਆਦਾ ਟਾਈਟ ਨਹੀਂ ਹੋਣਾ ਚਾਹੀਦਾ, ਥੋੜ੍ਹਾ ਜਿਹਾ ਹੋਰ ਜਰਾ ਨਮਰ ਹੋ ਜਾਣਾ ਚਾਹੀਦਾ। ਜਿਹੜੇ ਪਹਿਲਾਂ ਹਾਰਡ ਕਾਲਰ ਹਨ ਥੋੜ੍ਹੇ ਜਿਹੇ ਹੋਰ ਅੰਦਰ ਨੂੰ ਹੋ ਜਾਣੇ ਚਾਹੀਦੇ ਆ। ਪਰ ਮਾਫ਼ ਕਰਨਾ, ਅੱਜ ਕੱਲ੍ਹ ਲੋਕੀ, ਕਈ ਲੋਕ ਆਪਣੇ ਨਾਮ ਦੇ ਕੇ ਰੈਵਰਨ ਲਾ ਲੈਂਦੇ ਆ। ਭੈ ਯੋਗ ਮਤਲਬ ਹੁੰਦਾ ਉਹਦਾ, ਰੈਵਰਨ ਮਤਲਬ ਤੁਸੀਂ ਪੜਾਂਗੇ ਜਦੋਂ ਆਪਾਂ ਲੈਟਿਨ ਭਾਸ਼ਾ ਦੇ ਵਿੱਚ ਕਹਿੰਦੇ ਰੈਵਰਨ ਦਾ ਮਤਲਬ ਭੈ ਯੋਗ। ਯਾਦ ਰੱਖੋ ਭੈਣ ਨੂੰ ਤੇ ਭਾਈਓ, ਬੱਚਿਓ, ਰੈਵਰਨ ਦਾ ਮਤਲਬ ਭੈ ਯੋਗ। ਤੇ ਭੈ ਯੋਗ ਸਿਰਫ ਕੌਣ ਹੈ? ਆਪਣਾ ਪਰਮੇਸ਼ਵਰ ਆ। ਉਹਦੇ ਸਿਵਾ ਹੋਰ ਕੋਈ ਵੀ ਭੈ ਯੋਗ ਨਹੀਂ ਆ। ਤੁਸੀਂ ਆਪਣੇ ਪਰਮੇਸ਼ਵਰ ਦਾ ਡਰ ਮੰਨਣਾ, ਹੋਰ ਕਿਸੇ ਦਾ ਡਰ ਨਹੀਂ ਮੰਨਣਾ। ਇਹ ਉਹਦੇ ਇੱਥੇ ਧਰੇ ਧਰਾਏ ਰਹਿ ਜਾਣੇ ਆ। ਜਦ ਤੁਹਾਨੂੰ ਪਰਮੇਸ਼ਰ ਫੇਮ ਦੇਵੇ, ਤੁਹਾਨੂੰ ਸ਼ੌਹਰਤ ਦੇਵੇ, ਤੁਹਾਨੂੰ ਜ਼ਮੀਨ ਤੋਂ ਉਠਾ ਕੇ ਅਸਮਾਨ ਦਾ ਤਾਰਾ ਬਣਾ ਦੇਵੇ, ਤਾਂ ਉਸ ਟਾਈਮ ਚੌਕਸੀ ਕਰਿਓ, ਕਿਤੇ ਦਾਊਦ ਦੀ ਤਰ੍ਹਾਂ ਗਲਤੀ ਨਾ ਕਿਤੇ ਖਾ ਜਾਈਓ, ਕਿ ਸੁਲੇਮਾਨ ਦੀ ਤਰ੍ਹਾਂ ਆਪਣੀ ਅਕਲ ਦਾ ਘਮੰਡ ਕਰਕੇ ਪਰਾਈਆਂ ਇਸਤਰੀਆਂ ਦੇ ਮਗਰ ਲੱਗ ਕੇ ਤੇ ਉਹਨਾਂ ਦੇ ਗ੍ਰਹਿ ਦੇਵਤਾ ਨੂੰ ਪੂਜ ਕੇ ਕਿਤੇ ਆਪਣੇ ਰੱਬ ਨੂੰ ਸ਼ੌਕੀਤ ਨਾ ਕਰ ਦਈਓ। ਹਾਲੇਲੂਇਆ। ਤਾਂ ਚੁਣਾਵ ਤੁਹਾਡੇ ਹੱਥ ਦੇ ਵਿੱਚ ਹੋਏਗਾ, ਜਦ ਰਾਜ ਤੁਹਾਡੇ ਹੱਥ ਦੇ ਵਿੱਚ ਹੋਏਗਾ, ਤਾਂ ਸ਼ਾਉਲ ਦੀ ਤਰ੍ਹਾਂ ਕਿਤੇ ਆਪਣੇ ਰਾਹ ਤੋਂ ਭਟਕ ਕੇ ਕਿਤੇ ਜਿਹੜਾ ਕੰਮ ਕਿਹਾ ਗਿਆ ਉਹਨੂੰ ਛੱਡ ਕੇ ਦੂਸਰੇ ਕੰਮਾਂ 'ਚ ਲੱਗ ਕੇ ਕਿਤੇ ਅਯੋਗ ਨਾ ਹੋ ਜਾਈਏ। ਪਰਮੇਸ਼ਰ ਦਾ ਵਚਨ ਤੁਹਾਨੂੰ ਸਿਖਾਉਣਾ ਚਾਹੁੰਦਾ ਕਿ ਯੋਗ ਬਣ ਕੇ, ਚੌਕਸੀ ਕਰਕੇ ਤੁਸੀਂ ਵਿਸ਼ਵਾਸ ਯੋਗ ਹੋ ਜਾਓਗੇ, ਤਾਂ ਪਰਮੇਸ਼ਰ ਤੁਹਾਨੂੰ ਕੀ ਕਰੇਗਾ? ਆਪਣੀ ਸੇਵਾ ਦੇ ਲਈ ਠਹਿਰਾਏਗਾ। ਜਦੋਂ ਆਪਾਂ ਮੱਤੀ ਦੀ ਅੰਜੀਲ 10 ਅਧਿਆਏ ਉਹਦੀ 11 ਤੋਂ 13 ਆਇਤ ਨੂੰ ਆਪਾਂ ਰੀਡ ਕਰਦੇ ਹਾਂ, ਪੜ੍ਹੋ, ਕਿ ਤੁਸੀਂ ਦੂਸਰਿਆਂ ਨੂੰ ਆਸ਼ੀਸ਼ ਦੇਣ ਵਾਲੇ ਬਣ ਜਾਓਗੇ। ਅੱਜ ਆਪਣੇ ਲਈ ਦੁਆ ਕਰਦੇ ਹੋ, ਖੁਦਾ ਮੇਰੇ ਬੰਨਣ ਤੋੜ ਦੇ, ਮੈਨੂੰ ਹਨੇਰਿਆਂ ਚੋਂ ਕੱਢ ਦੇ। ਜਦੋਂ ਯੋਗ ਹੋ ਜਾਓਗੇ ਤਾਂ ਦੂਸਰਿਆਂ ਲਈ ਬੜੀ ਬਰਕਤ ਦਾ ਕਾਰਨ ਬਣ ਜਾਓਗੇ। ਜਿੱਥੇ ਜਾਓਗੇ ਖੁਦਾ ਤੁਹਾਡੇ ਨਾਲ ਨਾਲ ਚੱਲੇਗਾ। ਬੁੱਕ ਆਫ ਮੈਥਿਊ ਚੈਪਟਰ 10 ਵਰਸ 11 to 13 ਰੀਡ ਕਰਾਂਗੇ, ਬਿਲਕੁਲ ਆਰਾਮ ਨਾਲ ਪੜਾਂਗੇ, ਸੁਣਾਂਗੇ।
जिस किसी नगर या गांव में जाओ ਤਾਂ ਫਿਰ ਤੁਹਾਨੂੰ ਪਰਮੇਸ਼ਰ ਇਸਤੇਮਾਲ ਕਰੇਗਾ ਤੇ ਖੁਦਾ ਤੁਹਾਨੂੰ ਕਹਿ ਰਿਹਾ ਵਾ ਤੁਸੀਂ ਜਿਸ ਵੀ ਨਗਰ ਦੇ ਵਿੱਚ ਜਾਓ तो पता लगाओ कि वहाँ कौन योग्य है ਤੇ ਉੱਥੇ ਪਤਾ ਲਗਾ ਲਓ ਵੀ ਕਿਹੜਾ ਯੋਗ ਹੈਗਾ ਵਾ। और जब तक वहाँ से ना निकलो ਜਦ ਤੱਕ ਨਾ ਨਿਕਲੋ उसी के यहाँ रहो। ਤਾਂ ਉੱਥੇ ਹੀ ਠਹਿਰ ਜਾਓ, ਉੱਥੇ ਮਿਲ ਕੇ ਬੰਦਗੀ ਕਰੋ। ਅੱਜ ਆਪਾਂ ਕੀ ਕਰਦੇ ਆ, ਯੋਗ ਦੇਖਦੇ ਆ ਕਿ ਇਹ ਬੰਦਾ ਗਰੀਬ ਆ, ਚਾਹੇ ਉਹ ਦੁਆ ਵਾਲਾ ਵਾ ਚਾਹੇ ਉਹ ਪ੍ਰਾਰਥਨਾ ਵਾਲਾ ਵਾ, ਬਜਾਏ ਉਸ ਨੂੰ ਪਹਿਲ ਦੇਣ ਦੇ ਆਪਾਂ ਦੇਖਦੇ ਆ ਅਮੀਰ ਆ, ਇਹ ਦਾਨ ਚੰਗਾ ਦਿੰਦਾ, ਇਹ ਦਸ਼ਵਾਂਸ਼ ਚੰਗਾ ਦਿੰਦਾ, ਇਹ ਗੋਰਾ ਵਾ, ਇਹ ਟਾਈ ਲੱਗੀ ਆ, ਇਹਦੇ ਹੱਥ ਪੈਰ ਗੋਰੇ ਆ, ਤਾਂ ਉਹਦੇ ਕੋਲ ਰੁਕ ਜਾਣਾ ਨਹੀਂ। ਜਿਹੜਾ ਯੋਗ ਆ ਉਹਦੇ ਹੀ ਘਰ ਠਹਿਰੋ, ਉਹਦੇ ਨਾਲ ਮਿਲ ਕੇ ਪ੍ਰਾਰਥਨਾ ਕਰੋ ਤੇ ਉਸ ਨਗਰ ਦੇ ਲਈ, ਉਹਨਾਂ ਲੋਕਾਂ ਦੇ ਲਈ ਜੋ ਲੋਕ ਅਯੋਗ ਆ ਉਹਨਾਂ ਲਈ ਵੀ ਦੁਆ ਕਰੋ ਕਿ ਜਾਣੀਏ ਪਰਮੇਸ਼ਰ ਆਪਣੀਆਂ ਰਹਿਮਤਾਂ ਨੂੰ ਬਹਾਲ ਕਰੇ ਤੇ ਉਹਨਾਂ ਦੀ ਜ਼ਿੰਦਗੀਆਂ ਤਬਦੀਲ ਕਰ ਦੇਵੇ। ਹਾਲੇਲੂਇਆ। ਅੱਗੇ घर में प्रवेश करते हुए उसको आशीष देना। ਉਹਦੇ ਜਿਹੜਾ ਯੋਗ ਬੰਦਾ ਵਾ ਉਹਦੇ ਘਰ ਦੇ ਵਿੱਚ ਪ੍ਰਵੇਸ਼ ਕਰਦੇ ਹੀ ਕਹਿੰਦਾ ਕੀ ਕਰਿਓ, ਉਹਨੂੰ ਆਸ਼ੀਸ਼ ਦਈਓ। यदि उस घर के लोग योग्य होंगे ਜੇ ਉਸ ਘਰ ਦੇ ਲੋਕ ਯੋਗ ਹੋਣਗੇ तो तुम्हारा कल्याण उन पर पहुंचेगा। ਤਾਂ ਉਹਨਾਂ ਦੇ ਉੱਤੇ ਕਲਿਆਣ ਠਹਿਰੇਗਾ, ਤਾਂ ਉਹਨਾਂ ਦੇ ਉੱਤੇ ਸ਼ਾਂਤੀ ਠਹਿਰੇਗੀ, ਤਾਂ ਉਸ ਘਰ ਦੇ ਵਿੱਚ ਬਰਕਤ ਠਹਿਰੇਗੀ। परंतु यदि वे ਤੇ योग्य ना हो ਤੇ ਜੇ ਪਰਮੇਸ਼ਰ ਦਾ ਦਾਸ ਘਰ ਦੇ ਵਿੱਚ ਗਿਆ ਤੇ ਉਹ ਲੋਕੀ ਕਲਾਮ ਵਾਲੇ ਨਹੀਂ ਆ, ਦੁਆ ਵਾਲੇ ਨਹੀਂ ਆ, ਆਤਮਿਕਤਾ ਵਾਲੇ ਨਹੀਂ ਆ, तो तुम्हारा कल्याण तुम्हारे पास लौट ਫਿਰ ਉਹ ਬਰਕਤ ਜਿਹੜੀ ਦੇ ਕੇ ਗਿਆ ਪਾਸਟਰ, ਉਹ ਤੁਹਾਡਾ ਉਹ ਬਰਕਤ ਨੂੰ ਵਾਪਸ ਚਲੀ ਜਾਣੀ ਆ। ਤੁਹਾਨੂੰ ਪਹਿਲਾਂ ਯੋਗ ਬਣ ਕੇ ਚੁਕੰਨੇ ਹੋ ਕੇ ਚੱਲਣਾ ਪਏਗਾ। ਪਰਮੇਸ਼ਰ ਤੁਹਾਨੂੰ ਇਸਤੇਮਾਲ ਕਰੇਗਾ, ਤੁਸੀਂ ਜਾ ਕੇ ਦੂਸਰਿਆਂ ਨੂੰ ਬਰਕਤ ਦਓਗੇ। ਜੇ ਉਧਰੋਂ ਵੀ ਪਰਿਵਾਰ ਜਿਹੜੇ ਉਧਰੋਂ ਲੋਕ ਆ ਉਹ ਬਰਕਤ ਵਾਲੇ, ਲੈਣ ਵਾਲੇ, ਗ੍ਰਹਿਣ ਕਰਨ ਵਾਲੇ, ਫਟਿਆਂ ਕੱਪੜਿਆਂ ਦੇ ਵਿੱਚ, ਸੁਰਾਖ ਹੋਏ ਕੱਪੜਿਆਂ ਦੇ ਵਿੱਚ ਬਰਕਤਾਂ ਨਹੀਂ ਠਹਿਰਦੀਆਂ। ਜਿਨ੍ਹਾਂ ਦੀ ਜ਼ਿੰਦਗੀਆਂ ਦੇ ਵਿੱਚ ਸੁਰਾਖ ਹੋਏ ਆ ਪਾਪ ਦੇ, ਪਰਮੇਸ਼ਰ ਦੀ ਬਰਕਤ ਤਾਂ ਆਂਦੀ ਆ, ਪਰੰਪਾਰ ਆਂਦੀ ਆ, ਪਰ ਉਹ ਬਰਕਤ ਬਹਿ ਜਾਂਦੀ ਆ। ਉਹ ਹੱਥ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਕਿ ਬਰਕਤ ਸੰਭਾਲਣ ਵਾਲੇ ਹੋਣੇ ਚਾਹੀਦੇ। ਜਿਹੜੇ ਦੁਆਵਾਂ ਦੇ ਵਿੱਚ ਹੱਥ ਉੱਠਦੇ ਆ ਉਹ ਬਰਕਤਾਂ ਨੂੰ ਸੰਭਾਲ ਸਕਦੇ ਆ। ਜਿਨ੍ਹਾਂ ਨੇ ਵਸਤਰ ਧੋ ਲਏ ਆ ਉਹ ਵਸਤਰ ਨਵੇਂ ਹੋ ਗਏ ਆ, ਉਹਨਾਂ ਝੋਲੀਆਂ ਦੇ ਵਿੱਚ ਬਰਕਤ ਠਹਿਰਦੀ ਆ। ਤੁਹਾਡੀ ਝੂਠੀ ਧਾਰਮਿਕਤਾ, ਝੂਠਾ ਖੁਦਾ ਦੇ ਕੋਲ ਆਣਾ, ਝੂਠਾ ਇਕਰਾਰ ਤੁਹਾਨੂੰ ਘਾਟੇ ਦੇ ਵਿੱਚ ਪਾ ਸਕਦਾ ਵਾ ਕਿ ਅੱਜ ਖੁਦਾ ਦਾ ਦਾਸ ਆਇਆ ਤਾਂ ਫਟਾਫਟ ਮਾਹੌਲ ਚੇਂਜ ਆ, ਤੇ ਜਦੋਂ ਚਲਾ ਗਿਆ ਤਾਂ ਮਾਹੌਲ ਚੇਂਜ ਆ। ਤਾਂ ਯਾਦ ਰੱਖੋ ਜੇ ਚਲਾ ਗਿਆ ਮਾਹੌਲ ਚੇਂਜ ਆ ਤਾਂ ਉਹ ਦਿੱਤੀ ਹੋਈ ਬਰਕਤ ਵੀ ਉਹਦੇ ਨਾਲ ਹੀ ਚਲੀ ਜਾਣੀ ਆ। ਤੁਹਾਨੂੰ ਪਰਮੇਸ਼ਰ ਇਸਤੇਮਾਲ ਕਰੇਗਾ, ਤੁਹਾਨੂੰ ਵੀ ਲੈ ਕੇ ਜਾਏਗਾ, ਤੁਸੀਂ ਲੋਕਾਂ ਨੂੰ ਬਰਕਤ ਦਓਗੇ। ਤੇ ਪਰਮੇਸ਼ਰ ਕਹਿੰਦਾ ਤੁਸੀਂ ਆਪਣੀ ਵੀ ਚੌਕਸੀ ਕਰਨੀ ਤੇ ਉਹਨਾਂ ਨੂੰ ਵੀ ਚੌਕਸੀ ਕਰਨੀ ਸਿਖਾਣੀ ਆ। ਹਾਲੇਲੂਇਆ। ਅੱਗੇ जो कोई तुम्हें ग्रहण ना करे ਜਿਹੜਾ ਤੁਹਾਨੂੰ ਗ੍ਰਹਿਣ ਨਾ ਕਰੇ और तुम्हारी बातें ना सुने ਉਹ तुम्हारी बातें ना सुने, उस घर या उस नगर से निकलते हुए उस घर या नगर से निकलते हुए अपने पांव की धूल झाड़ डालो। ਆਪਣੇ ਪੈਰਾਂ ਦੀ ਮਿੱਟੀ ਝਾੜ ਦਿਓ। ਹਾਲੇਲੂਇਆ। हालेलुया। ਕਹਿੰਦਾ ਜਦੋਂ ਦਿਨ ਆਊਗੇ ਨਾ ਫਿਰ ਕਹਿੰਦਾ ਉੱਥੇ ਕਹਿੰਦਾ ਉਹਨਾਂ ਦੀ ਹਾਲਤ ਇੰਨੀ ਮਾੜੀ ਕਰ ਦੂਗਾ ਪਰਮੇਸ਼ਰ। ਸਦੋਮ ਤੇ ਉਮਰਾ ਪਲਟ ਕੇ ਰੱਖਤਾ ਸੀ ਪਰਮੇਸ਼ਰ ਨੇ। मैं तुमसे सच कहता हूँ ਮੈਂ ਤੁਹਾਨੂੰ ਸੱਚ ਕਹਿਣਾ कि न्याय के दिन ਨਿਆਂ ਦੇ ਦਿਨ उस नगर की दशा से ਉਸ ਨਗਰ ਦੀ ਦਸ਼ਾ ਤੋਂ ਚੰਗੀ ਦਸ਼ਾ, सदोम और अमोरा के देश की ਸਦੋਮ दशा ਤੇ ਅਮੋਰਾ ਦੀ ਦਸ਼ਾ अधिक सहने योग्य होगी। ਜ਼ਿਆਦਾ ਸਹਿਣ ਜੋਗੀ ਹੋਊਗੀ। ਜਿਹਨੂੰ ਪਲਟ ਕੇ ਰੱਖ ਦਿੱਤਾ ਸੀ, ਜਿਹੜਿਆਂ ਨੇ ਤੁਹਾਡੇ ਚੁਣੇ ਹੋਏ ਤੇ ਜਿਹੜਿਆਂ ਨੇ ਚੌਕਸੀ ਕੀਤੀ ਉਹਨਾਂ ਲੋਕਾਂ ਦੀਆਂ ਗੱਲਾਂ ਨਹੀਂ ਸੁਣਨਗੇ, ਉਹਨਾਂ ਯੋਗ ਲੋਕਾਂ ਦੀਆਂ ਗੱਲਾਂ ਨਹੀਂ ਸੁਣਨਗੇ। ਉਹਨਾਂ ਦੀ ਹਾਲਤ ਕਹਿੰਦਾ ਉਸ ਪਲਟੇ ਹੋਏ ਦੇਸ਼, ਉਹ ਜਲਾਏ ਹੋਏ ਦੇਸ਼ਾਂ ਤੋਂ ਵਧੀਆ ਹੋਈ, ਉਹ ਉਹਨਾਂ ਜ਼ਿਆਦਾ ਮਾੜੀ ਕਰ ਦੇਗਾ ਪਰਮੇਸ਼ਰ। ਉਹ ਦੇਸ਼ ਸਗੋਂ ਚੰਗੇ ਗਿਣੇ ਜਾਣਗੇ ਜਿਹੜੇ ਪਲਟ ਦਿੱਤੇ ਗਏ ਸੀਗੇ। ਇਸ ਕਰਕੇ ਪਰਮੇਸ਼ਰ ਤੁਹਾਡੇ ਨਾਲ ਚੱਲਦਾ ਹੋਏਗਾ ਤਾਂ ਤੁਸੀਂ ਉਹਦੇ ਯੋਗ ਹੋ ਜਾਓਗੇ। ਉਹ ਵੱਡੇ ਵੱਡੇ ਕੰਮ ਕਰੇਗਾ, ਤੁਹਾਨੂੰ ਬਰਕਤ ਦਾ ਵਸੀਲਾ ਬਣਾਏਗਾ, ਤੁਹਾਨੂੰ ਲੈ ਕੇ ਜਾਏਗਾ, ਤੁਹਾਨੂੰ ਅਨਾਥ ਨਹੀਂ ਛੱਡੇਗਾ, ਤੁਹਾਡੇ ਨਾਲ ਰਹੇਗਾ। ਆਪਣੀ ਚੌਕਸੀ ਕਰਿਓ ਤੇ ਆਪਣੇ ਆਪ ਨੂੰ ਪਰਮੇਸ਼ਰ ਦੇ ਯੋਗ ਬਣਾਓ। ਉਹਨੇ ਚੁਣ ਲਿਆ, ਬੁਲਾ ਲਿਆ, ਮਾਫੀ ਦੇ ਦਿੱਤੀ, ਸਲੀਬ ਤੋਂ ਤੁਹਾਨੂੰ ਆਸ਼ੀਸ਼ ਦੇ ਦਿੱਤੀ, ਤੁਹਾਡੇ ਸਾਰੇ ਪਾਪਾਂ ਨੂੰ ਆਪਣੇ ਉੱਪਰ ਲੈ ਲਿਆ। ਅੱਜ ਤੁਸੀਂ ਆਪਣੇ ਗੁਨਾਹਾਂ ਨੂੰ ਮੰਨ ਕੇ ਯਿਸੂ ਕੋਲ ਆਉਂਦੇ ਹੋ, ਤੁਹਾਡੇ ਤੇ ਉਹਨਾਂ ਗੁਨਾਹਾਂ ਦੀ ਸਜ਼ਾ ਦਾ ਕੋਈ ਵੀ ਤੁਹਾਡੇ ਤੇ ਅਧਿਕਾਰ ਨਹੀਂ ਆ। ਉਹ ਗੁਨਾਹ ਤੁਹਾਨੂੰ ਨਰਕ 'ਚ ਲੈ ਕੇ ਨਹੀਂ ਜਾ ਸਕਦੇ ਕਿ ਤੁਸੀਂ ਤੌਬਾ ਕਰ ਚੁੱਕੇ ਹੋ। ਹਮੇਸ਼ਾ ਤੁਹਾਡੇ ਨਾਲ ਚੱਲੇਗਾ। ਉਸ ਆਸ਼ੀਸ਼ ਨੂੰ, ਉਸ ਪਿਆਰ ਨੂੰ ਮੇਰੇ ਭੈਣੋ ਭਾਈਓ ਵਿਅਰਥ ਨਾ ਗਵਾਓ। ਆਪਣੇ ਆਪ ਨੂੰ ਯੋਗ ਬਣਾਓ, ਆਪਣੇ ਆਪ ਨੂੰ ਇਸ ਲਾਇਕ ਬਣਾਓ ਜਿਸ ਤਰ੍ਹਾਂ ਆਖਰੀ ਸਾਹ ਤੱਕ
ਸੈਮੂਅਲ ਵਫਾਦਾਰ ਰਿਹਾ। ਵਫਾਦਾਰ ਰਹੋ। ਹਾਲੇਲੂਇਆ, 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 ਹਾਲੇਲੂਇਆ। ਹਾਲੇਲੂਇਆ। ਅੱਖਾਂ ਬੰਦ ਕਰਾਂਗੇ, ਸਿਰਾਂ ਨੂੰ ਝੁਕਾਵਾਂਗੇ। ਧੰਨਵਾਦ ਕਰਦਾ ਮੇਰੇ ਪਰਮੇਸ਼ਰ ਖੁਦਾ। ਸਾਰੇ ਆਪਣੇ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਆਪਣੇ ਮਨਾਂ ਨੂੰ ਖੋਲ ਕੇ ਜੋ ਵਚਨ ਤੁਸੀਂ ਸੁਣਿਆ ਆਪਣੇ ਪਰਮੇਸ਼ਰ ਨੂੰ ਸਰਵ ਸ਼ਕਤੀਮਾਨ ਯਹੋਵਾ ਨੂੰ ਕਵਾਂਗੇ ਕਿ ਇਹ ਖੁਦਾ ਸਾਨੂੰ ਸੱਚਮੁੱਚ ਇਸ ਯੋਗ ਬਣਾ ਪ੍ਰਭੂ, ਤਾਂ ਕਿ ਅਸੀਂ ਆਪਣੀਆਂ ਜ਼ਿੰਦਗੀਆਂ ਤੋਂ ਖੁਦਾ ਤੇਰਾ ਪਿਆਰ, ਤੇਰਾ ਚਮਤਕਾਰ ਖੁਦਾ, ਤੇਰੀ ਜ਼ਿੰਦਗੀ ਨੂੰ ਜ਼ਾਹਰ ਕਰ ਸਕੀਏ। ਤੁਸੀਂ ਕਿਹਾ ਸੀ ਕਿ ਤੁਸੀਂ ਖੁੱਲ੍ਹੇ ਖੱਤ ਬਣੋਗੇ ਅਤੇ ਲੋਕਾਂ ਨੇ ਤੁਹਾਨੂੰ ਪੜ੍ਹਨਾ ਵਾ। ਇਹ ਪਿਤਾ, ਜਦ ਲੋਕ ਸਾਨੂੰ ਪੜ੍ਹਨ ਤਾਂ ਸਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਖੁਦਾ ਸਾਨੂੰ ਨਹੀਂ ਬਲਕਿ ਯੀਸ਼ੂ ਮਸੀਹ ਨਾਸਰੀ ਉਹ ਤੁਹਾਨੂੰ ਦੇਖਣ ਖੁਦਾ। ਤੇਰੀ ਧਾਰਮਿਕਤਾ, ਤੇਰੀ ਹੰਬਲਤਾ ਖੁਦਾ, ਤੇਰਾ ਪਿਆਰ, ਤੇਰੀ ਮਾਫੀ ਖੁਦਾ ਪ੍ਰਭੂ ਸਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਜ਼ਾਹਰ ਹੋਵੇ। ਪਿਤਾ, ਸਾਰੇ ਆਪਣੇ ਮਨਾਂ ਦੇ ਵਿੱਚ ਪਰਮੇਸ਼ਰ ਨੂੰ ਕਵਾਂਗੇ, ਆਪਣੇ ਮੂੰਹ ਨੂੰ ਖੋਲਾਂਗੇ, ਆਪਣੀ ਜੀਭ ਤੋਂ ਅੰਗੀਕਾਰ ਕਰਾਂਗੇ ਉਸ ਸਰਵ ਸ਼ਕਤੀਮਾਨ ਪਰਮੇਸ਼ਰ ਦਾ, ਤੇ ਉਸ ਨੂੰ ਕਵਾਂਗੇ ਖੁਦਾ ਸਾਨੂੰ ਇਸ ਯੋਗ ਬਣਾ, ਸਾਨੂੰ ਇੱਦਾਂ ਚੌਕਸੀ ਕਰਨਾ ਸਿਖਾ ਆਪਣੇ ਈਮਾਨ ਦੀ, ਕਿ ਖੁਦਾ ਅਸੀਂ ਹਨੇਰਿਆਂ ਦੇ ਵਿੱਚ ਨਹੀਂ ਪਰ ਤੇਰੀ ਰੋਸ਼ਨੀ, ਤੇਰੇ ਉਜਾਲੇ ਦੇ ਵਿੱਚ ਚੱਲੀਏ ਤੇ ਅੰਤ ਮਿਰਾਸ ਖੁਦਾ ਪੌਲੁਸ ਦੀ ਤਰ੍ਹਾਂ ਸਾਨੂੰ ਮਿਲੇ, ਜਿਹੜਾ ਕਹਿੰਦਾ ਕਿ ਮੈਂ ਉਹ ਆਪਣੀ ਨਿਹਚਾ ਦੀ ਚੰਗੀ ਰਖਵਾਲੀ ਕੀਤੀ, ਮੈਂ ਚੰਗੀ ਕੁਸ਼ਤੀ ਲੜ ਲਈ ਤੇ ਉਹ ਅੱਛਾ ਕਹਿੰਦਾ ਮੈਂ ਇੱਕ ਕੁਸ਼ਤੀ ਲੜਨ ਵਾਲਾ ਵਾਂ, ਮੈਂ ਉਸ ਜਲਾਲ ਦੇ ਤਾਜ ਨੂੰ ਪਾਇਆ। ਇਹ ਪਰਮੇਸ਼ਰ ਖੁਦਾ ਦਿਆ ਕਰੋ ਸਾਡੀ ਵੀ ਇਸ ਦੌੜ ਨੂੰ ਪੂਰੀ ਕਰੋ ਮੇਰੇ ਪਰਮੇਸ਼ਰ, ਆਖਰੀ ਸਾਹ ਤੱਕ ਖੁਦਾ ਤੇਰੇ ਯੋਗ ਬਣ ਕੇ ਚੱਲੀਏ ਪ੍ਰਭੂ ਜੀ, ਡਗਮਗਾਈਏ ਨਾ ਖੁਦਾ, ਤੇਰੀਆਂ ਰਾਵਾਂ ਦੇ ਉੱਪਰ ਚੱਲੀਏ ਤੇ ਬਹੁਤਿਆਂ ਨੂੰ ਬਚਾਉਣ ਦਾ ਵਸੀਲਾ ਬਣਾਉਣਾ ਪ੍ਰਭੂ। ਸਭ ਕੁਝ ਮੰਗਦੇ ਹਾਂ ਖੁਦਾਵੰਦ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ, ਆਮੀਨ, ਆਮੀਨ।